ਸਤਿ ਸ਼੍ਰੀ ਅਕਾਲ ਜੀ। ਵੌਇਸ ਆਫ ਇੰਡੀਆ ਮੀਡੀਆ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਾਡੇ ਨਾਲ ਜੁੜਨ ਤੇ ਬਹੁਤ-ਬਹੁਤ ਜੀ ਆਇਆਂ ਨੂੰ ਕਹਿੰਦੇ ਆ। ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਵਰਿੰਦਰ ਭਿੰਡਰ ਤੇ ਅੱਜ ਅਸੀਂ ਤੁਹਾਡੇ ਨਾਲ ਮੌਰਗੇਜ ਬਾਰੇ ਗੱਲ ਕਰਨ ਜਾ ਰਹੇ ਹਾਂ ਕਿਉਂਕਿ ਕੈਨੇਡਾ ਦੇ ਵਿੱਚ ਮੌਰਗੇਜ ਇੱਕ ਬਹੁਤ ਵੱਡਾ ਮੁੱਦਾ ਹੁਣ ਚੱਲ ਰਿਹਾ ਹੈ ਕਿਉਂਕਿ ਮੌਰਗੇਜ ਦੇ ਰੇਟਸ ਆ ਜਿਹੜੇ ਉਹ ਵਿਆਜ ਦਰ ਆ ਜਿਹੜੀ ਲਗਾਤਾਰ ਵੱਧ ਰਹੀ ਆ। ਇਨਸਾਨ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਇਨਵੈਸਟਮੈਂਟ ਇੱਕ ਟਾਈਮ ਕਰਦਾ ਜਦੋਂ ਉਹ ਘਰ ਲੈਂਦਾ। ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ ਜੇ ਆਪਾਂ ਇਦਾਂ ਕਹਿ ਦਈਏ ਕਿ ਘਰ ਇੱਕ ਸੁਪਨਿਆਂ ਦਾ ਘਰ ਆ ਜਿਹੜਾ ਉਹ ਬੰਦੇ ਦਾ ਇੱਕ ਵਾਰੀ ਜਦੋਂ ਲੈਂਦਾ ਬੰਦਾ ਤਾਂ ਉਦੋਂ ਉਹਨੂੰ ਮੌਰਗੇਜ ਦਾ ਜਿਹੜਾ ਡਰ ਆ ਉਹ ਸਤਾਉਣਾ ਸ਼ੁਰੂ ਕਰ ਦਿੰਦਾ। ਅੱਜ ਮੇਰੇ ਨਾਲ ਮੌਰਗੇਜ ਬਾਰੇ ਮੌਰਗੇਜ ਐਕਸਪਰਟ ਸਰਦਾਰ MP ਸਿੰਘ ਜੀ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਨੇ। ਆਓ ਉਹਨਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਜੀ ਆਇਆਂ ਨੂੰ ਜੀ। ਬਹੁਤ ਬਹੁਤ ਮਿਹਰਬਾਨੀ ਭਿੰਡਰ ਸਾਹਿਬ, ਥੈਂਕ ਯੂ ਵੈਰੀ ਮਚ। MP ਸਿੰਘ ਜੀ, ਤੁਸੀਂ ਮੌਰਗੇਜ ਸਪੈਸ਼ਲਿਸਟ ਹੋ, ਬਹੁਤ ਲੰਬਾ ਸਮੇਂ ਤੋਂ ਵਿਨੀਪੈਗ ਦੇ ਵਿੱਚ ਮੌਰਗੇਜ ਦੀਆਂ ਸੇਵਾਵਾਂ ਦੇ ਰਹੇ ਹੋ ਲੋਕਾਂ ਨੂੰ। ਹੁਣ ਇਹ ਲੋਕਾਂ ਦੇ ਵਿੱਚ ਬੜਾ ਹਊਆ ਬੰਦਾ ਜਾ ਰਿਹਾ ਕਿ ਦਿਨੋਂ ਦਿਨ ਘਰਾਂ ਦੀਆਂ ਕੀਮਤਾਂ ਵੀ ਵੱਧ ਰਹੀਆਂ ਤੇ ਮੌਰਗੇਜ ਦੇ ਰੇਟ ਵੀ ਵੱਧ ਰਹੇ ਆ। ਵਿਆਜ ਦਰ ਜਿਹੜੇ ਉਹ ਵਧਣ ਦਾ ਕੀ ਕਾਰਨ ਆ? ਕਿਉਂ ਇੰਨਾ ਉਛਾਲ ਆ ਰਿਹਾ? ਕਿਉਂਕਿ ਪਹਿਲਾਂ ਲੱਗ ਰਿਹਾ ਸੀ ਕਿ ਘਟ ਗਏ, ਬਹੁਤ ਸਾਰੇ ਲੋਕਾਂ ਦਾ ਰੁਝਾਨ ਹੋ ਗਿਆ ਸੀ ਉਸ ਟਾਈਮ, ਪਰ ਹੁਣ ਫਿਰ ਉਹ ਜਿਹੜੀ ਹੈਗੀ ਆ ਲਾਈਨ ਵਧਣ ਵਾਲੇ ਪਾਸੇ ਜਾ ਰਹੀ ਆ। ਇਹਦੇ ਕਾਰਨ ਕੀ ਆ? ਤੁਸੀਂ ਸਾਡੇ ਦਰਸ਼ਕਾਂ ਨੂੰ ਥੋੜਾ ਪਹਿਲਾਂ ਤਾਂ ਮੈਂ ਉਹ ਗੱਲ ਜਿਹੜੀ ਤੁਸੀਂ ਕੀਤੀ ਆ ਕਿ ਕੈਨੇਡਾ ਦੇ ਵਿੱਚ ਘਰ ਲੈਣਾ ਇੱਕ ਬਹੁਤ ਵੱਡਾ ਕੰਮ ਹੈ। ਬਿਲਕੁਲ ਜੀ। ਇੱਕ ਬੜਾ ਵੱਡਾ ਲੋਨ ਆ ਤੇ ਬੜਾ ਵੱਡਾ ਘਰ ਐਸਟ ਹੁੰਦਾ, ਯਾਨੀ ਤੁਹਾਡੀ ਜਾਇਦਾਦ ਜਿਹੜੀ ਆ ਉਹ ਘਰ ਹੈ। ਹਾਂਜੀ, ਸਭ ਤੋਂ ਵੱਡੀ ਜਿਹੜੀ ਇਨਵੈਸਟਮੈਂਟ ਬੰਦੇ ਦੀ ਤੁਸੀਂ ਘਰ ਤੇ ਟਾਰਗੇਟ ਹੀ ਹੁੰਦਾ। ਹਾਂਜੀ, ਤੁਸੀਂ ਵੇਖਿਆ ਹੋਊਗਾ ਜੀ, ਬਹੁਤ ਸਾਰੇ ਲੋਕ, ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਜਿਹੜੇ ਆ ਉਹ ਅਪਾਰਟਮੈਂਟਾਂ ਵਿੱਚ ਰਹਿੰਦੇ। ਹਾਂਜੀ ਬਿਲਕੁਲ। ਅਪਾਰਟਮੈਂਟਾਂ ਵਿੱਚ ਰਹਿਣ ਦਾ ਕਾਰਨ ਇਹ ਹੁੰਦਾ ਕਿ ਉਹ ਘਰ ਲੈਣ ਦੇ ਸਮਰੱਥ ਨਹੀਂ ਹੈ। ਹਾਂਜੀ, ਘਰ ਲੈਣ ਵਾਸਤੇ ਸਮਰੱਥ ਕੌਣ ਹੋ ਸਕਦਾ? ਜਿਹਦੀ ਚੰਗੀ ਆਮਦਨ ਆ, ਜਿਹਦੇ ਸਿਰ ਤੇ ਕਰਜ਼ਿਆਂ ਦਾ ਕੋਈ ਬਹੁਤਾ ਭਾਰ ਨਹੀਂ ਹੈ, ਉਹਨੇ ਬੇਲੋੜੇ ਜਿਹੜੇ ਖਰਚੇ ਨਹੀਂ ਕੀਤੇ ਹੋਏ, ਕ੍ਰੈਡਿਟ ਕਾਰਡਾਂ ਦੇ ਪੇਮੈਂਟਾਂ ਨਹੀਂ ਦੇਣ ਵਾਲੀਆਂ, ਜਾਂ ਕੋਈ ਕਾਰ ਲੋਨ ਵੱਡਾ ਨਹੀਂ ਹੈਗਾ, ਕੋਈ ਵੱਡੀ ਹੋਰ ਲਾਇਬਿਲਿਟੀ ਨਹੀਂ ਹੈ। ਇਸ ਤੋਂ ਵੱਡੀ ਵੀ ਇੱਕ ਹੋਰ ਗੱਲ ਹੁੰਦੀ ਹੈ ਕ੍ਰੈਡਿਟ। ਹਾਂਜੀ, ਕ੍ਰੈਡਿਟ ਹਿਸਟਰੀ ਤੇ ਕ੍ਰੈਡਿਟ ਸਕੋਰ ਚੰਗੇ ਹੋਣੇ ਬਹੁਤ ਜ਼ਰੂਰੀ ਹੁੰਦੇ ਆ ਜੀ। ਇਸ ਕਰਕੇ ਇਹ ਸੁਪਨਾ ਕਈ ਵਾਰੀ ਸੁਪਨਾ ਹੀ ਰਹਿ ਜਾਂਦਾ, ਪੂਰਾ ਹੀ ਨਹੀਂ ਹੁੰਦਾ ਜੀ। ਕਾਰਨ ਕੀ ਹੈਗਾ ਕਿ ਜਿੰਨਾ ਚਿਰ ਤੱਕ ਤੁਹਾਡੇ ਕੋਲ ਚੰਗੀ ਜੌਬ ਨਹੀਂ ਹੈ, ਚੰਗੀ ਆਮਦਨ ਨਹੀਂ ਹੈ, ਤੁਸੀਂ ਘਰ ਨਹੀਂ ਲੈ ਸਕਦੇ। ਠੀਕ ਹੈ, ਤੁਸੀਂ ਘਰ ਲੈਣਾ, ਉਹਨੂੰ ਉਹਦੀ ਪੇਮੈਂਟ ਵੀ ਕਰਨੀ ਹੈਗੀ, ਭੁਗਤਾਨ ਵੀ ਉਹਦਾ ਕਰਨਾ, ਮਹੀਨੇ ਪਿੱਛੋਂ ਕਿਸ਼ਤ ਆਉਂਦੀ ਆ ਜਾਂ ਬਾਈ ਵੀਕਲੀ ਜਿਵੇਂ ਵੀ ਤੁਸੀਂ ਕਿਸ਼ਤ ਤੈਅ ਕੀਤੀ ਹੁੰਦੀ ਉਹ ਪੇ ਕਰਨੀ ਹੁੰਦੀ ਇਸ ਤਰੀਕੇ ਨਾਲ। ਹੁਣ ਤੁਹਾਡਾ ਸਵਾਲ ਸੀਗਾ ਪਹਿਲਾ ਜਿਹੜਾ, ਉਹ ਇਹ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਵਿਆਜ ਦੇ ਰੇਟ ਜਿਹੜੇ ਉਹ ਇੰਟਰਸਟ ਰੇਟ, ਮੌਰਗੇਜ ਇੰਟਰਸਟ ਰੇਟ ਜਿਹੜੇ ਵਧਣ ਲੱਗ ਪਏ, ਇਹਦੇ ਪਿੱਛੇ ਕੀ ਕਾਰਨ? ਹਾਂਜੀ, ਆਮ ਤੌਰ ਤੇ ਕੀ ਹੁੰਦਾ ਜੀ, ਜਦੋਂ ਵੀ ਕੋਈ ਕਿਸੇ ਦੇਸ਼ ਦੀ ਇਕੋਨਮੀ ਸਟਰੋਂਗ ਹੁੰਦੀ ਹੈ ਉਦੋਂ ਹਮੇਸ਼ਾ ਵਿਆਜ ਵੱਧਦੇ ਜੀ। ਜੇ ਇਕੋਨਮੀ ਸਟਰੋਂਗ ਨਹੀਂ ਹੈ, ਵੀਕ ਹੈ, ਤੇ ਵਿਆਜ ਦਰ ਘਟਦੇ। ਜਿਹੜਾ ਪਿਛਲੇ ਸਮੇਂ 'ਚ ਵਿਆਜ ਦਰ ਘਟੇ ਸੀਗੇ, ਰੇਟ ਘਟੇ ਸੀਗੇ, ਉਹਦੇ ਪਿੱਛੇ ਕਾਰਨ ਜਿਹੜਾ ਸੀਗਾ ਉਹ ਇਹ ਸੀਗਾ ਕਿ ਬੇਸ਼ੁਮਾਰ ਲੋਕਾਂ ਦੀਆਂ ਜੌਬਾਂ ਚਲੇ ਗਈਆਂ ਡਿਊ ਟੂ COVID-19। ਲੋਕਡਾਊਨ ਹੋ ਗਿਆ, ਕੰਮ ਬੰਦ ਹੋ ਗਏ, ਅਜੇ ਤੱਕ ਵੀ ਲੋਕ ਘਰਾਂ ਤੋਂ ਹੀ ਕੰਮ ਕਰਦੇ ਹੈਗੇ ਆ। ਬਹੁਤ ਸਾਰੇ ਲੋਕਾਂ ਨੇ ਵੱਖਰੇ ਵੱਖਰੇ ਬੈਂਕਾਂ ਨੂੰ ਅਪਲਾਈ ਕੀਤਾ ਕਿ ਸਾਡੀ ਮੌਰਗੇਜ ਜਿਹੜੀ ਆ ਉਹ ਡੈਫਰ ਕਰਤੀ ਜਾਵੇ। ਡੈਫਰ ਦਾ ਮਤਲਬ ਹੁੰਦਾ ਵੀ ਕੁਛ ਚਿਰ ਵਾਸਤੇ ਰੋਕਤੀ ਜਾਵੇ, ਅੱਗੇ ਵਧਤੀ ਜਾਵੇ। ਉਹ ਸਾਰਾ ਕੁਛ ਜਿਹੜਾ ਸੀ ਉਹ ਟਾਈਮ ਲੰਘ ਗਿਆ, ਗੱਡੀ ਦੁਬਾਰਾ ਲਾਈਨ ਤੇ ਆਉਣ ਲੱਗ ਗਈ, ਬੈਂਕਾਂ ਨੇ ਰੇਟ ਚੱਕ ਦਿੱਤੇ, ਵਧਾ ਦਿੱਤੇ, ਔਰ ਇਮੀਡੀਏਟਲੀ ਇਹਨਾਂ ਦਿਨਾਂ ਵਿੱਚ ਤਕਰੀਬਨ ਇੱਕ ਹਫ਼ਤੇ ਦੇ ਦੌਰਾਨ ਹੀ 1/4% ਤੋਂ ਜ਼ਿਆਦਾ, ਘੱਟੋ ਘੱਟ ਕੁਆਟਰ, ਕੁਛ ਬੈਂਕਾਂ ਨੇ 1/4% ਤੋਂ ਵੀ ਜ਼ਿਆਦਾ ਰੇਟ ਜਿਹੜੇ ਉਹ ਵਧਾ ਦਿੱਤੇ ਆ। ਕਈਆਂ ਬੈਂਕਾਂ ਨੇ ਇਹਨਾਂ ਦਿਨਾਂ ਦੇ ਵਿੱਚ ਇੱਕ ਵਾਰੀ ਨਹੀਂ 2 ਵਾਰੀ ਰੇਟ ਵਧਾ ਦਿੱਤੇ। ਉਹਦੇ ਵਿੱਚ ਇਹ ਰੇਟ ਵਧਣੇ ਸੁਭਾਵਿਕ ਸੀ, ਇੱਦਾਂ ਦਿਨ ਇਹ ਆਉਣਾ ਹੀ ਸੀ, ਇਹ ਟਾਈਮ ਆਉਣਾ ਹੀ ਸੀਗਾ। ਇਹਦੀ ਉਮੀਦ ਤਾਂ ਅਸੀਂ ਕਾਫੀ ਲੰਮੇ ਸਮੇਂ ਤੋਂ ਕਰਦੇ ਪਏ ਸੀ, ਤਕਰੀਬਨ 3-4 ਮਹੀਨੇ ਤੋਂ ਕਿ ਰੇਟ ਵਧਣਗੇ, ਪਰ ਹੁਣ ਆਲ ਆਫ ਸਡਨ ਜਿਹੜੇ ਵਧ ਗਏ। ਇਹਦਾ ਕਾਰਨ ਜਿਹੜਾ ਮੈਂ ਤੁਹਾਨੂੰ ਦੱਸਿਆ ਉਹੀ ਹੈ ਕਿ ਇਕੋਨਮੀ ਨਾਲ ਰਿਲੇਟਡ ਗੱਲ ਆ। ਇਕੋਨਮੀ ਜਦੋਂ ਥੋੜੀ ਜਿਹੀ ਸਟੇਬਲ ਹੁੰਦੀ ਹੈ ਜਾਂ ਅਪ ਹੁੰਦੀ ਹੈ, ਉਦੋਂ ਰੇਟ ਵੱਧ ਜਾਂਦੇ। ਇਹ MP ਸਿੰਘ ਜੀ, ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਜਿਹੜੀਆਂ ਇਹ ਪ੍ਰਾਈਵੇਟ ਬੈਂਕਾਂ ਜਾਂ ਸਰਕਾਰੀ ਬੈਂਕਾਂ, ਇਹਦੇ 'ਚ ਕਿਹੜੇ ਲੋਨ, ਮਤਲਬ ਕਿ ਜਿਹੜੇ ਇਹਨਾਂ ਦੋਨਾਂ ਦੇ, ਜਿਵੇਂ ਆਪਾਂ ਕਹਿ ਲਈਏ ਕਿ
ਕਿ ਬੈਂਕ ਆਫ ਕੈਨੇਡਾ ਦੀ ਗੱਲ ਕਰ ਲਈਏ ਜਾਂ ਦੂਸਰੀਆਂ ਪ੍ਰਾਈਵੇਟ ਬੈਂਕਾਂ, ਆਪਾਂ TD ਬੈਂਕ ਦੀ ਵੀ ਗੱਲ ਕਰ ਸਕਦੇ ਹਾਂ, ਕਿ ਦੋਨਾਂ ਦੇ ਜਿਹੜੇ ਵਿਆਜ ਆ ਉਹ ਸੇਮ ਹੁੰਦੇ ਆ। ਕਸਟਮਰ ਨੂੰ ਕਿਹੜੇ ਪਾਸੇ ਜਾਣਾ ਚਾਹੀਦਾ? ਕਿ ਮੇਰਾ ਸਵਾਲ ਇਹ ਆ ਕਿ ਕੀ ਸਰਕਾਰ ਵੱਲੋਂ ਕੋਈ ਰਾਹਤ, ਜਿਵੇਂ ਕਹਿ ਲਓ ਆਪਾਂ ਬੈਕ ਕੰਟਰੀ ਦੀ ਗੱਲ ਕਰਦੇ ਵੀ ਸਰਕਾਰੀ ਬੈਂਕਾਂ ਕੁਛ ਕੁ ਜਿਹੜੇ ਪਰਸੈਂਟੇਜ ਆ ਘੱਟ ਦਿੰਦੀਆਂ, ਤੇ ਜੇ ਤੁਸੀਂ ਪ੍ਰਾਈਵੇਟ ਬੈਂਕ ਤੋਂ ਲੋਨ ਲੈਂਦੇ ਆ ਤਾਂ ਉਹ ਥੋੜਾ ਜਿਹਾ ਵੱਧ ਦਿੰਦੀਆਂ। ਕੋਈ ਇੱਥੇ ਵੀ ਇਦਾਂ ਦਾ ਕਾਰਨ ਹੈਗਾ ਕਿ ਤੁਸੀਂ ਇਸ ਬੈਂਕ ਨੂੰ ਰੈਫਰ ਕਰੋਗੇ? ਦੇਖੋ, ਸਵਾਲ ਤੁਹਾਡਾ ਬਹੁਤ ਚੰਗਾ, ਤੇ ਮੈਨੂੰ ਲੱਗਦਾ ਕਿ ਮੈਨੂੰ ਜ਼ਿਆਦਾ ਸਪਸ਼ਟੀਕਰਨ ਦੇਣਾ ਪੈਣਾ। ਹਾਂਜੀ, ਬਿਲਕੁਲ। ਪਹਿਲੀ ਗੱਲ ਤੇ ਆਪਾਂ ਬੈਕ ਹੋਮ ਦੀ ਗੱਲ ਕਰੀਏ। ਬੈਕ ਹੋਮ ਵਿੱਚ ਬਹੁਤ ਸਾਰੇ ਬੈਂਕ ਨੈਸ਼ਨਲਾਈਜ਼ਡ ਹੈ। ਹਾਂਜੀ, ਕੌਮੀ ਬੈਂਕ ਹੈ, ਗਵਰਨਮੈਂਟ ਆਫ ਇੰਡੀਆ ਅੰਡਰਟੇਕਿੰਗ ਬੈਂਕ ਹੈਗੇ। ਇਹ 1969 ਵਿੱਚ ਕੁਝ ਬੈਂਕ ਨੈਸ਼ਨਲਾਈਜ਼ ਹੋਏ ਸੀ, ਫਿਰ 1980 ਵਿੱਚ ਹੋਏ। ਹੁਣ ਉਹਨਾਂ ਬੈਂਕਾਂ ਨੂੰ ਫਿਰ ਪ੍ਰਾਈਵੇਟੇਸ਼ਨ ਵਾਲੇ ਪਾਸੇ ਕੀਤਾ ਜਾ ਰਿਹਾ। ਪਹਿਲਾਂ ਸਰਕਾਰੀ ਕਰ ਰਹੇ ਸੀਗੇ, ਫਿਰ ਪ੍ਰਾਈਵੇਟੇਸ਼ਨ ਵਾਲੇ ਪਾਸੇ ਜਾ ਰਿਹਾ। ਕੈਨੇਡਾ ਭਰ ਵਿੱਚ ਕੋਈ ਬੈਂਕ ਵੀ ਸਰਕਾਰੀ ਬੈਂਕ ਨਹੀਂ ਹੈ ਜੀ, ਚਾਹੇ ਉਹਦਾ ਬੋਰਡ ਵੱਡਾ ਸਾਰਾ ਲੱਗਾ ਹੋਇਆ, ਵੱਡੀ ਸਾਰੀ ਬਿਲਡਿੰਗ ਹੈ, ਤੇ ਚਾਹੇ ਕੋਈ ਛੋਟਾ ਹੈ। ਦੋ ਤਰ੍ਹਾਂ ਦੇ ਬੈਂਕ, ਤਿੰਨ ਤਰ੍ਹਾਂ ਦੇ ਬੈਂਕ ਹੈ ਜੀ। ਇੱਕ ਪਹਿਲਾਂ ਤੇ ਰਿਟੇਲ ਬੈਂਕਿੰਗ ਹੁੰਦੀ ਹੈ। ਰਿਟੇਲ ਬੈਂਕਿੰਗ ਜਿੱਦਾਂ ਇੰਡੀਆ 'ਚ ਅਸੀਂ ਕਿਸੇ ਬੈਂਕ 'ਚ ਜਾਂਦੇ ਆ, ਪੈਸੇ ਜਮ੍ਹਾਂ ਕਰਾਤੇ, ਕਢਾ ਲਏ, ਉਥੋਂ ਡਰਾਫਟ ਬਣਾ ਲਿਆ, ਕਿਸੇ ਇੱਧਰਲੇ ਅਕਾਊਂਟ 'ਚ ਉੱਧਰ ਟ੍ਰਾਂਸਫਰ ਕਰਤੇ, FD ਬਣਾ ਲਈ, ਹਾਂਜੀ, ਬਾਹਰ ਪੈਸੇ ਭੇਜਤੇ, ਕਰੰਸੀ ਤੁਹਾਡੇ ਕੋਲ ਹੈਗੀ ਆ ਉਹ ਦੇਤੀ, ਕੈਸ਼ ਕਰਵਾ ਲਈ, ਚੈੱਕ ਤੁਹਾਡੇ ਕੋਲ ਹੈਗਾ ਜਮ੍ਹਾਂ ਕਰਾ ਲਿਆ। ਇਹਨੂੰ ਕਹਿੰਦੇ ਰਿਟੇਲ। ਰਿਟੇਲ ਮਤਲਬ ਪ੍ਰਚੂਨ ਕੰਮ। ਹਾਂਜੀ, ਰਿਟੇਲ ਦੀਆਂ ਦੁਕਾਨਾਂ ਹੁੰਦੀਆਂ, ਇਹਦੀ ਬੈਂਕਾਂ ਦੀ ਰਿਟੇਲ ਬੈਂਕਿੰਗ। ਠੀਕ ਹੈ ਜੀ। ਰਿਟੇਲ ਬੈਂਕਿੰਗ ਦੇ ਵਿੱਚ ਉਹ ਬੈਂਕ ਸ਼ਾਮਲ ਆ ਜਿਨ੍ਹਾਂ ਦੇ ਬਾਹਰ ਤੁਸੀਂ ਬੈਂਕ ਦੇ ਬੋਰਡ ਵੇਖਦੇ ਹੋ ਜਾਂ ਆਫਿਸ ਵੇਖਦੇ ਹੋ। ਜਿੱਥੇ ਆਫਿਸ ਨਹੀਂ ਹੈਗਾ ਉਹ ਰਿਟੇਲ ਬੈਂਕਿੰਗ ਤਾਂ ਹੈ ਹੀ ਨਹੀਂ। ਹਾਂਜੀ, ਰਿਟੇਲ ਬੈਂਕਿੰਗ ਵਿੱਚ ਇਹ ਬੈਂਕ ਕੰਮ ਆਉਂਦੇ ਜਿਨ੍ਹਾਂ 'ਚ 5 ਵੱਡੇ ਬੈਂਕ ਆ। TD ਦਾ ਤਾਂ ਨਾਂ ਤੁਸੀਂ ਲਿਆ, ਸਕੋਸ਼ੀਆ, CIBC, BMO, RBC, ਇਹ ਬੈਂਕ ਵੱਡੇ ਬੈਂਕ ਹੈਗੇ। ਇਹ ਤੋਂ ਇਲਾਵਾ ਹੋਰ ਬਹੁਤ ਬੈਂਕ ਆ ਰਿਟੇਲ, ਪਰ ਇਹਨਾਂ ਦੇ ਉੱਤੇ ਇਹ ਰੂਲਸ ਰੈਗੂਲੇਸ਼ਨ, ਕਿਉਂਕਿ ਇਹ ਕੈਨੇਡਾ ਵਾਈਡ ਹੈ, ਰੂਲਸ ਰੈਗੂਲੇਸ਼ਨ ਫੈਡਰਲ ਗਵਰਨਮੈਂਟ ਦੇ ਲਾਗੂ ਹੁੰਦੇ। ਰਿਟੇਲ ਬੈਂਕਿੰਗ ਕੁਝ ਕ੍ਰੈਡਿਟ ਯੂਨੀਅਨ ਕਰਦੀਆਂ, ਸਾਰੀਆਂ ਕ੍ਰੈਡਿਟ ਯੂਨੀਅਨ ਰਿਟੇਲ ਬੈਂਕਿੰਗ ਕਰਦੀਆਂ, ਪਰ ਕ੍ਰੈਡਿਟ ਯੂਨੀਅਨ ਦੇ ਉੱਤੇ ਰੂਲਸ ਰੈਗੂਲੇਸ਼ਨ ਜਿਹੜੇ ਆ ਉਹ ਪ੍ਰੋਵਿੰਸ ਦੇ ਲਾਗੂ ਹੁੰਦੇ, ਸੂਬੇ ਦੇ ਲਾਗੂ ਹੁੰਦੇ। ਕੰਮ ਉਹ ਹੀ ਕਰਦੇ, ਰਿਟੇਲ ਬੈਂਕਿੰਗ ਵਾਲੇ ਹੀ ਕਰਦੇ। ਜੋ TD ਕਰਦਾ ਉਹੀ ਕ੍ਰੈਡਿਟ ਯੂਨੀਅਨ ਜਿਹੜੀ ਹੈਗੀ ਦੂਜੀ ਕੋਈ ਜਿਹੜਾ ਮਰਜ਼ੀ ਨਾਂ ਲੈ ਲਓ ਉਹ ਕਰਦੀਆਂ। ਮੇਰਾ ਇੱਕ ਮਾੜਾ ਜਿਹਾ ਕੁਐਸਚਨ ਆ ਇੱਥੇ, ਮੈਂ ਸਾਡੇ ਦਰਸ਼ਕਾਂ ਨਾਲ ਵੀ ਸਾਂਝਾ ਕਰਨਾ ਚਾਹੁੰਦਾ ਕਿ ਮੈਨੂੰ ਕ੍ਰੈਡਿਟ ਯੂਨੀਅਨ ਤਾਂ ਮਾੜਾ ਜਿਹਾ ਦੱਸ ਦਿਓ ਵੀ ਇਹ ਕ੍ਰੈਡਿਟ ਯੂਨੀਅਨ ਕੀ ਇਹ ਵੀ ਬੈਂਕਾਂ ਹੀ ਆ, ਜਾਂ ਇਹ ਜਿਵੇਂ ਆਪਾਂ ਕਹਿ ਦਈਏ ਫਾਈਨਾਂਸ ਕੰਪਨੀਆਂ, ਜਾਂ ਕਹਿ ਦਈਏ ਵੀ ਇਹ ਕੋਈ? ਨਹੀਂ, ਫਾਈਨਾਂਸ ਕੰਪਨੀਆਂ ਨਹੀਂ। ਕ੍ਰੈਡਿਟ ਯੂਨੀਅਨ ਰਿਟੇਲ ਬੈਂਕਿੰਗ ਕਰਦੀਆਂ ਜੀ, ਸੇਮ ਵੱਡਿਆਂ ਬੈਂਕਾਂ ਵਾਂਗੂ ਕਰਦੀਆਂ ਜੀ। ਕ੍ਰੈਡਿਟ ਯੂਨੀਅਨ ਜਿੱਦਾਂ ਤੁਸੀਂ ਸੁਣਿਆ ਹੋਊਗਾ ਕੋਆਪਰੇਟਿਵ ਬੈਂਕ ਹੁੰਦਾ, ਹਾਂਜੀ, ਇਹ ਕੋਆਪਰੇਟਿਵ ਬੈਂਕ ਹੈ ਜੀ। ਇਹਦੇ ਪਹਿਲਾਂ ਮੈਂਬਰ ਬਣਦੇ ਆ, ਹਾਂਜੀ, ਮੈਂਬਰ $5 ਨਾਲ ਤੁਸੀਂ ਅਕਾਊਂਟ ਜਿਹੜੇ ਮਰਜ਼ੀ ਕ੍ਰੈਡਿਟ ਯੂਨੀਅਨ 'ਚ ਖੋਲ ਸਕਦੇ ਹੋ। ਤੁਸੀਂ ਕ੍ਰੈਡਿਟ ਯੂਨੀਅਨ 'ਚ ਅਕਾਊਂਟ ਖੋਲ੍ਹਿਆ, ਤੁਸੀਂ ਮੈਂਬਰ ਬਣ ਗਏ। ਸਾਲ ਬਾਅਦ ਉਹ ਡਾਇਰੈਕਟਰ ਬਣਾਉਂਦੇ ਆਪਸ ਵਿੱਚੋਂ, ਇੱਕ ਨੂੰ ਪ੍ਰੈਜ਼ੀਡੈਂਟ ਚੁਣ ਲੈਂਦੇ, ਜਿੱਦਾਂ ਉੱਥੇ ਕੋਆਪਰੇਟਿਵ ਬੈਂਕਾਂ 'ਚ ਕੋਆਪਰੇਟਿਵ ਸੁਸਾਇਟੀਆਂ 'ਚ ਹੁੰਦੀ ਸੀ ਮੈਂਬਰਸ਼ਿਪ, ਉਹ ਆਪਦੇ 'ਚੋਂ ਪ੍ਰਧਾਨ ਜਾਂ 5 ਮੈਂਬਰੀ ਕਮੇਟੀ ਦਾ ਚੁਣ ਲੈਂਦੇ ਉੱਪਰ ਚਲਾਉਣ ਵਾਸਤੇ। ਇੱਦਾਂ ਹੀ ਇਹ ਕ੍ਰੈਡਿਟ ਯੂਨੀਅਨ ਵੀ ਉਸੇ ਤਰੀਕੇ ਨਾਲ ਚੋਣ ਕਰਦੀਆਂ, ਨੋਮੀਨੇਸ਼ਨ ਵੀ ਹੁੰਦੀ ਹੈ, ਕਈ ਵਾਰੀ ਚੋਣ ਕਰਦੀਆਂ। ਚਲੋ ਆਪਾਂ ਜਿਹੜੀ ਗੱਲ ਕਰ ਰਹੇ ਸੀ ਉਸ ਤੇ। ਹਾਂਜੀ, ਦੂਜਾ ਜਿਹੜੀ ਮੈਂ ਉਹ ਰਿਟੇਲ ਬੈਂਕਿੰਗ ਵਾਲੀ, ਇੱਕ ਜਿਹੜੀ ਹੈਗੀ ਰਿਟੇਲ ਬੈਂਕਿੰਗ ਨਹੀਂ ਹੁੰਦੀ, ਉਹ ਬਹੁਤ ਸਾਰੇ ਸੈਂਕੜਿਆਂ ਦੀ ਗਿਣਤੀ 'ਚ ਬੈਂਕ ਹੈਗੇ ਜਿਹੜੇ ਸਿਰਫ ਮੌਰਗੇਜ ਦਾ ਕੰਮ ਕਰਦੇ। ਉਹਨਾਂ ਸਾਰਿਆਂ ਉੱਤੇ ਰੂਲਸ ਰੈਗੂਲੇਸ਼ਨ ਜਿਹੜੇ ਆ ਉਹ ਫੈਡਰਲ ਗਵਰਨਮੈਂਟ ਦੇ ਲਾਗੂ ਹੁੰਦੇ। ਇਹ ਤੋਂ ਇਲਾਵਾ ਬਹੁਤ ਸਾਰੀਆਂ ਫਾਈਨਾਂਸ ਕੰਪਨੀਆਂ ਦਾ ਤੁਸੀਂ ਨਾਂ ਲਿਆ, ਫਾਈਨਾਂਸ ਕੰਪਨੀਆਂ ਵੀ ਹੁੰਦੀਆਂ ਜਿਹੜੀਆਂ ਮੌਰਗੇਜ ਦਾ ਕੰਮ ਕਰਦੀਆਂ, ਉਹ ਰਿਟੇਲ ਬੈਂਕਿੰਗ ਨਹੀਂ ਕਰਦੀਆਂ। ਹਾਂ, ਕਿਸੇ ਜਿਹਨੂੰ ਅਸੀਂ ਉਹਨੂੰ ਮੋਨੋਲਾਈਨ ਬੈਂਕ ਕਹਿੰਦੇ ਹਾਂ, ਜਿਹੜੇ ਸਿਰਫ ਮੌਰਗੇਜ ਦਾ ਕੰਮ ਕਰਦੇ, ਸਾਡੀ ਲੈਂਗੁਏਜ ਮੋਨੋਲਾਈਨ ਬੈਂਕ ਹੁੰਦੇ। ਉਹਨਾਂ ਦੇ ATM ਕਿਸੇ ਦੀਆਂ ਹੋ ਸਕਦੀਆਂ, ਠੀਕ ਹੈ ਜੀ, ਪਰ ਉਹ ਰਿਟੇਲ ਬੈਂਕਿੰਗ ਨਹੀਂ ਕਰਦੀਆਂ, ਮੋਸਟਲੀ ਮੌਰਗੇਜ ਦਾ ਕੰਮ ਕਰਦੀਆਂ ਹੈਗੀਆਂ ਜੀ। ਠੀਕ ਹੈ ਜੀ, ਇਹੀ ਸੀ ਕੁਐਸਚਨ ਤੁਹਾਡਾ ਕਿ ਅੱਗੇ ਹੋਰ? ਹਾਂਜੀ, ਮੇਰੇ ਕੁਐਸਚਨ ਤਾਂ ਹੋਰ ਵੀ ਹੈਗੇ ਆ, ਪਰ ਮੇਰਾ ਕੁਐਸਚਨ ਤਾਂ ਮੇਨ ਇਹੀ ਸੀਗਾ ਕਿ ਜਿਹੜੇ ਵੀ ਜਿਹੜੇ ਸਰਕਾਰੀ ਬੈਂਕਾਂ ਦੇ ਕੀ ਸਰਕਾਰੀ ਬੈਂਕਾਂ ਜਿਹੜੀਆਂ ਸਰਕਾਰੀ ਬੈਂਕ ਜਿਹੜਾ ਇੱਕੋ ਹੀ ਆ ਜੀ, ਉਹਦਾ ਨਾਮ ਬੈਂਕ ਆਫ ਕੈਨੇਡਾ। ਬੈਂਕ ਆਫ ਕੈਨੇਡਾ ਜਿਹੜਾ ਵਾ ਉਹ ਸਰਕਾਰੀ ਹੈ, ਜਿਹੜਾ ਬੈਂਕਾਂ ਸੰਬੰਧੀ ਨੀਤੀਆਂ ਤਿਆਰ ਕਰਦਾ, ਗਾਈਡਲਾਈਨਸ ਤਿਆਰ ਕਰਦਾ। ਬੈਂਕ ਸਰਕਾਰ ਦਾ ਬੈਂਕ ਹੈ, ਜਿੱਦਾਂ ਰਿਜ਼ਰਵ ਬੈਂਕ ਆਫ ਇੰਡੀਆ ਸਰਕਾਰ ਦਾ ਬੈਂਕ ਹੈ, ਇਦਾਂ ਹੀ ਬੈਂਕ ਆਫ ਕੈਨੇਡਾ ਸਰਕਾਰ ਦਾ ਬੈਂਕ ਹੈ। ਬਾਕੀ ਸਾਰੇ ਸਟਰਕਚਰ ਜਿਹੜਾ ਵੀ ਆ ਉਹ ਪ੍ਰਾਈਵੇਟ ਹੈ। ਹਾਂ, ਉਹਨਾਂ ਨੂੰ ਗਵਰਨਮੈਂਟ ਦੇ ਕਾਇਦੇ ਕਾਨੂੰਨ ਜਿਹੜੇ ਫਾਲੋ ਕਰਨੇ ਪੈਂਦੇ। ਅੱਛਾ, ਕੁਐਸਚਨ ਇੱਕ ਮੇਰਾ ਹੋਰ ਹੈ ਜੀ ਨਾਲ ਹੀ, ਕਿ ਮੌਰਗੇਜ ਸਪੈਸ਼ਲਿਸਟ ਇੱਕ ਬੈਂਕਾਂ ਕੀ
ਕਸਟਮਰ ਸਿੱਧਾ ਬੈਂਕ ਨੂੰ ਵੀ ਡੀਲ ਕਰ ਸਕਦਾ ਕਿ ਉਹਨੂੰ ਇਹ ਜ਼ਰੂਰੀ ਆ ਕਿ ਮੌਰਗੇਜ ਸਪੈਸ਼ਲਿਸਟ ਕੋਲੇ ਜਾਣਾ ਪਊਗਾ? ਨਹੀਂ ਜੀ, ਸਿੱਧੇ ਵੀ ਜਾ ਸਕਦੇ। ਤੁਸੀਂ ਜਿਸ ਬੈਂਕ 'ਚ ਤੁਹਾਡਾ ਅਕਾਊਂਟ ਆ, ਤੁਸੀਂ ਉਹਨਾਂ ਨੂੰ ਜਾ ਕੇ ਪੁੱਛ ਸਕਦੇ ਹੋ ਕਿ ਮੈਂ ਤਾਂ ਮੌਰਗੇਜ ਲੈਣੀ ਚਾਹੁੰਦਾ ਤੇ ਮੈਨੂੰ ਗਾਈਡ ਕਰੋ, ਉਹ ਕਰਨਗੇ। ਪਰ ਤੁਸੀਂ ਕਹਿੰਦੇ ਹੋ ਕਿ ਕੀ ਮੌਰਗੇਜ ਸਪੈਸ਼ਲਿਸਟ ਕੋਲ ਜਾਣਾ ਚਾਹੁੰਦਾ, ਮੈਂ ਫਰਕ ਦੱਸਣਾ ਚਾਹੁੰਦਾ। ਹਾਂਜੀ ਬਿਲਕੁਲ, ਮੈਂ ਇਹੀ ਪੁੱਛਣਾ। ਤੁਸੀਂ ਇੱਕ ਬੈਂਕ ਕੋਲ ਜਾਂਦੇ ਹੋ, ਫਾਰ ਐਗਜ਼ਾਮਪਲ TD ਕੋਲ ਜਾਂਦੇ ਹੋ। ਹਾਂਜੀ, TD ਨੂੰ ਤੁਸੀਂ ਆਪਣੀ ਸਿਚੁਏਸ਼ਨ ਦੱਸਦੇ ਹੋ ਕਿ ਮੇਰੀ ਇੰਨੀ ਆਮਦਨ ਆ, ਮੇਰੀ ਆਹ ਖਰਚੇ ਆ, ਮੇਰੀ ਆਹ ਲਾਇਬਿਲਿਟੀ ਆ। ਜੀ ਜੀ, ਠੀਕ ਆ ਜੀ। ਉਹ ਕਹਿੰਦੇ ਨੇ ਜੀ ਅਸੀਂ ਸਾਡੇ ਜਿਹੜਾ ਤੁਸੀਂ ਫਰੇਮ ਬਣਾਇਆ ਹੋਇਆ, ਜੋ ਕ੍ਰਾਈਟੇਰੀਆ ਅਸੀਂ ਫਿਕਸ ਕੀਤਾ ਹੋਇਆ, ਉਹਦੇ ਵਿੱਚ ਤੁਸੀਂ ਫਾਲ ਨਹੀਂ ਕਰਦੇ। ਠੀਕ ਹੈ। ਤੁਹਾਡੇ ਵਾਸਤੇ ਢੁਕਵਾਂ ਨਹੀਂ ਹੈ। ਪਰ ਉਹ ਤੁਹਾਨੂੰ ਸੁਜੈਸਟ ਨਹੀਂ ਕਰਦੇ ਵੀ ਗੁਆਂਢ RBC ਹੈਗਾ ਜਾਂ ਸਕੋਸ਼ੀਆ ਹੈਗਾ ਜਾਂ ਖੱਬੇ BMO ਜਾਂ CABC ਹੈਗਾ, ਉੱਧਰ ਚਲੇ ਜਾਓ। ਉਹ ਆਪਦਾ ਦੱਸਦੇ ਆ। ਹੁਣ ਬੈਂਕ ਵਿੱਚ ਜਾਣ ਦੀ ਬਜਾਏ ਮੌਰਗੇਜ ਬ੍ਰੋਕਰ ਕੋ ਜਾਣਾ, ਉਹਦਾ ਕੀ ਫਰਕ ਹੈ? ਮੌਰਗੇਜ ਬ੍ਰੋਕਰ ਜਿਹੜਾ, ਉਹਨੂੰ ਅਸਲ 'ਚ ਤੁਹਾਡੀ ਸਾਰੀ ਸਿਚੁਏਸ਼ਨ ਪੁੱਛਣ ਤੋਂ ਬਾਅਦ ਤੁਸੀਂ ਜਿਹੜੀ ਜਾਣਕਾਰੀ ਦਿੱਤੀ ਹੈ ਮੌਰਗੇਜ ਬ੍ਰੋਕਰ ਨੂੰ, ਉਹ ਫਿਰ ਦੇਖਦਾ ਕਿ ਇਹਦੇ ਵਾਸਤੇ ਬੈਸਟ ਬੈਂਕ ਕਿਹੜਾ। ਕਿਉਂਕਿ ਹਰ ਇੱਕ ਬੈਂਕ ਦੀਆਂ ਪਾਲਿਸੀਆਂ ਆਪੋ ਆਪਣੀਆਂ ਪਾਲਿਸੀਜ਼ ਹੈਗੀਆਂ। ਬਹੁਤ ਸਾਰੇ ਬੈਂਕਾਂ ਦੇ ਇੱਕ ਵਾਲੀ ਇੱਕੋ ਜਿਹੀ ਪਾਲਿਸੀ ਨਹੀਂ ਹੈਗੀ। ਕਿਸੇ ਦੀ ਕੋਈ ਪਾਲਿਸੀ ਹੈ, ਕਿਸੇ ਦੀ ਕੋਈ ਪਾਲਿਸੀ ਹੈ। ਕੋਈ ਆਮਦਨ ਨੂੰ ਕਿਸੇ ਢੰਗ ਨਾਲ ਲੈਂਦਾ, ਕੋਈ ਕਿਸੇ ਢੰਗ ਨਾਲ ਲੈਂਦਾ। ਇੰਟਰਸਟ ਦਾ ਰੇਟ ਵੀ ਵੱਖਰਾ ਵੱਖਰਾ ਜੀ। ਇੰਟਰਸਟ ਰੇਟ ਦਾ ਬਹੁਤਾ ਵੱਡਾ ਫਰਕ ਨਹੀਂ ਹੁੰਦਾ ਜੀ, ਪੁਆਇੰਟਾਂ 'ਚ ਫਰਕ ਹੁੰਦਾ। ਕਈ ਵਾਰੀ ਨਹੀਂ ਵੀ ਹੁੰਦਾ, ਕਿਉਂਕਿ ਆਪਸ ਵਿੱਚ ਬੈਂਕਾਂ ਦਾ ਕੰਪੀਟੀਸ਼ਨ ਵੀ ਤਾਂ ਹੈਗਾ। ਜਦੋਂ ਕੰਪੀਟੀਸ਼ਨ ਦੇ ਵਿੱਚ ਬੈਠੇ ਆ ਬੈਂਕ, ਤੇ ਉਹ ਸੋਚਦੇ ਆ ਕਿ ਅਸੀਂ ਵੱਧ ਵਿਆਜ ਅਨਾਉਂਸ ਕਰਾਂਗੇ ਤੇ ਸਾਡੇ ਕੋਲ ਤਾਂ ਕਸਟਮਰ ਆਉਣਾ ਹੀ ਨਹੀਂ। ਇਸ ਕਰਕੇ ਉਹਨਾਂ ਦੀਆਂ ਕੋਸ਼ਿਸ਼ਾਂ ਇਹ ਹੁੰਦੀਆਂ ਕਿ ਘੱਟ ਤੋਂ ਘੱਟ ਵਿਆਜ ਜਿਹੜਾ ਮਾਰਕੀਟ ਦੇ ਹਿਸਾਬ ਨਾਲ ਅਨਾਉਂਸ ਕੀਤਾ ਜਾਵੇ। ਇੱਕ ਕੁਐਸਚਨ ਦਾ ਹੋਰ ਤੁਸੀਂ ਸਵਾਲ ਦਾ ਜਵਾਬ ਦਿਓ ਕਿ ਸਪੋਜ਼ ਕਰੋ ਪਿੱਛੇ ਜੇ ਇੰਟਰਸਟ ਰੇਟ ਘਟ ਗਏ ਸੀਗੇ, ਹੁਣ ਪਿੱਛੇ ਬੰਦੇ ਨੇ ਇੱਕ ਨੇ ਆਪਣਾ ਮੌਰਗੇਜ ਕਰਵਾ ਲਈ, ਕੀ ਉਹਦੀ ਉਹੀ ਚੱਲਦੀ ਰਹੂਗੀ ਕਿ ਹੁਣ ਮੰਨ ਲਓ ਹੁਣ ਵੱਧ ਗਈ ਤੇ ਉਹਦਾ ਵੀ ਰੇਟ ਵੱਧ ਜਾਊਗਾ ਜੀ? ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਫਿਕਸ ਟਾਈਮ ਵਾਸਤੇ ਮੌਰਗੇਜ ਹੁੰਦੀ ਹੈ। ਕੁੱਲ ਜਿਹੜਾ ਤੁਸੀਂ ਘਰ ਜਦੋਂ ਲਿਆ, ਫਾਰ ਐਗਜ਼ਾਮਪਲ ਤੁਸੀਂ 4 ਲੱਖ ਦਾ ਘਰ ਲਿਆ ਹੈਗਾ, ਉਹਨੂੰ ਪੇ ਆਫ ਕਰਨਾ, ਯਾਨੀ ਉਹਦੀ ਸਾਰੀ ਮੌਰਗੇਜ, ਉਹਦੇ ਤੇ ਸਾਰਾ ਕਰਜ਼ਾ ਲਾਉਣਾ ਜਿਹੜਾ, ਉਹਦਾ ਟਾਈਮ ਫਿਕਸ ਹੁੰਦਾ ਵੀ ਇੰਨੇ ਚਿਰ ਚਲਾਉਣਾ। ਪਰ ਜਿਹੜੀ ਟਰਮ ਤੁਹਾਨੂੰ ਮਿਲਦੀ ਆ, ਤੁਸੀਂ ਚੂਜ਼ ਕਰਦੇ ਹੋ ਕਿ ਫਾਰ ਐਗਜ਼ਾਮਪਲ ਰੇਟ ਵੱਧ ਬਹੁਤ ਆ। ਚਲੋ ਇਹ ਤਾਂ ਕੋਈ ਖਾਸ ਵੱਧ ਨਹੀਂ ਆ, ਅਸੀਂ ਇਦੋਂ ਵੀ ਬਹੁਤ ਵੱਧ ਵੇਖੇ। ਉਹ ਸਾਨੂੰ ਲੱਗਦਾ, ਕਲਾਇੰਟ ਨੂੰ ਲੱਗਦਾ ਜਾਂ ਬ੍ਰੋਕਰ ਨੂੰ ਲੱਗਦਾ ਕਿ ਰੇਟ ਅੱਜ ਕੱਲ੍ਹ ਜ਼ਿਆਦਾ, ਤੇ ਅਸੀਂ ਸੁਜੈਸਟ ਕਰਦੇ ਵੀ ਇਹਨੂੰ ਸਾਲ ਜਾਂ 2 ਸਾਲ ਵਾਸਤੇ ਲੈ ਲਓ। ਆਉਣ ਵਾਲੇ ਦਿਨਾਂ 'ਚ ਹੋ ਸਕਦਾ ਬੈਟਰ ਇੰਟਰਸਟ ਰੇਟ ਤੁਹਾਨੂੰ ਮਿਲ ਜਾਏ, ਤੇ ਫਿਰ ਤੁਹਾਨੂੰ ਜ਼ਿਆਦਾ ਲੰਮੇ ਟਾਈਮ ਲਈ ਨਹੀਂ ਲੈਣਾ ਚਾਹੀਦਾ। ਪਰ ਇੱਥੇ ਰਿਵਾਜ ਹੈ, ਘੱਟ ਟਰਮ ਦਾ ਵੀ ਰਿਵਾਜ ਹੈਗਾ, ਪਰ ਵੱਧ ਤੋਂ ਵੱਧ 5 ਸਾਲ ਦੀ ਲੈ ਲੈਂਦੇ। ਉਂਝ 7 ਸਾਲ ਦੀ ਵੀ ਲਈ ਜਾ ਸਕਦੀ, 10 ਸਾਲ ਦੀ ਵੀ ਲਈ ਜਾ ਸਕਦੀ। 5 ਸਾਲ ਦੀ ਟਰਮ ਆਮ ਰਿਵਾਜ ਹੈ। ਜੇ 5 ਸਾਲ ਦੀ ਟਰਮ ਤੁਸੀਂ ਫਿਕਸਡ ਮੌਰਗੇਜ ਲਈ ਹੈ, ਯਾਨੀ 5 ਸਾਲਾਂ ਵਾਸਤੇ ਫਿਕਸ ਸਮਾਂ ਤੇ ਫਿਕਸ ਰੇਟ, ਫਿਰ ਰੇਟ ਨਾ ਵਧਣਾ ਤੇ ਨਾ ਘਟਣਾ। ਠੀਕ ਹੈ, ਉਹ ਉਹੀ ਰਹਿਣਾ 5 ਸਾਲ। ਇੱਕ ਹੁੰਦਾ ਵੇਰੀਏਬਲ ਰੇਟ। ਵੇਰੀਏਬਲ ਰੇਟ ਹੁੰਦਾ ਕਿ ਮਾਰਕੀਟ ਦੇ ਵਿੱਚ ਰੇਟ ਅਪ ਹੋ ਗਏ ਤੇ ਤੁਹਾਨੂੰ ਵੱਧ ਭਰਨਾ ਪਏਗਾ, ਘੱਟ ਹੋ ਗਏ ਤੇ ਉਹ ਘੱਟ ਲੱਗੂਗਾ। ਪਰ ਉਹਦੇ ਲਈ ਕਈ ਜਿਹੜੇ ਲੋਕ ਆ ਉਹ ਕੰਫਰਟੇਬਲ ਨਹੀਂ ਹੁੰਦੇ, ਉਹਨਾਂ ਨੂੰ ਡਰ ਹੀ ਸਤਾਈ ਰੱਖਦਾ ਕਿ ਪਤਾ ਨਹੀਂ ਕਦੋਂ ਕੀ ਹੋ ਜਾਣਾ। ਰੇਟ ਕੱਲ ਨੂੰ ਵੱਧ ਗਿਆ ਤੇ ਫਿਰ ਮੈਨੂੰ ਵੱਧ ਦੇਣੇ ਪੈਣਗੇ। ਫਿਕਸਡ ਮੌਰਗੇਜ, ਫਿਕਸਡ ਰੇਟ ਲੈਣ ਨੂੰ ਲੋਕੀ ਜ਼ਿਆਦਾ ਕੰਫਰਟੇਬਲ ਹੁੰਦੇ ਆ। ਕੀ ਇੱਥੇ ਹਰੇਕ ਬੰਦਾ ਐਲੀਜੀਬਲ ਹੈਗਾ ਲੈਣ ਦੀ? ਸਪੋਜ਼ ਕਰੋ ਇੱਕ ਬੰਦੇ ਦੀ ਇਨਕਮ ਵਾਵਾ, ਮਤਲਬ ਟੈਕਸੀ ਚਲਾ ਰਿਹਾ ਬੰਦਾ, ਇਨਕਮ ਉਹਦੀ ਮਤਲਬ ਕਮਾ ਲੈਂਦਾ 200-250 ਰੁਪਈਆ ਦਿਹਾੜੀ, ਡਾਲਰ, ਤੇ ਉਹਦੇ ਵਿੱਚ ਕੀ ਆ ਕਿ ਉਹ ਮਤਲਬ ਜਦੋਂ ਆਪਾਂ ਮੌਰਗੇਜ ਕਰਾਉਂਦੇ ਆ ਤਾਂ ਮੌਰਗੇਜ ਐਕਸਪਰਟ ਕਹਿੰਦਾ ਨਹੀਂ ਜੀ ਤੇਰੀ ਐਲੀਜੀਬਿਲਿਟੀ ਨਹੀਂ ਬਣਦੀ। ਉਹ ਕਹਿੰਦਾ ਮੈਂ ਤਾਂ ਕਮਾਉਣਾ ਜੀ, ਉਹ ਕਹਿੰਦਾ ਨਹੀਂ ਤੇਰੀ ਬਣਦੀ ਨਹੀਂ। ਮਤਲਬ ਕੀ ਮਤਲਬ ਹਰੇਕ ਬੰਦਾ ਉਹਦੇ ਲਈ ਐਲੀਜੀਬਲ ਹੋ ਸਕਦਾ? ਇਨਕਮ ਹੈਗੀ ਉਹਦੀ, ਬੈਂਕ 'ਚ ਪੈਸੇ ਵੀ ਪਏ ਆ। ਦੇਖੋ, ਬੈਂਕ ਆਲਵੇਜ਼ ਜਿਹਨੇ ਫਾਈਨਾਂਸ ਕਰਨਾ, ਜਿਹਨੇ ਮੌਰਗੇਜ ਦੇਣੀ ਆ, ਉਹ ਕਹਿੰਦਾ ਜੀ ਤੁਹਾਡੀ ਇਨਕਮ ਵੈਰੀਫਾਈ ਹੋਣੀ ਚਾਹੀਦੀ। ਹਾਂਜੀ, ਠੀਕ ਹੈ। ਹਾਂਜੀ, ਦਿਸਣੀ ਚਾਹੀਦੀ। ਦਿਸਣੀ ਚਾਹੀਦੀ। ਠੀਕ ਹੈ। ਹੁਣ ਤੁਸੀਂ ਕਹਿੰਦੇ ਹੋ ਕਿ $250 ਰੋਜ਼ ਦਾ ਕਮਾ ਲਿਆ, ਮਹੀਨੇ 'ਚ $6-7 ਹਜ਼ਾਰ ਕਮਾ ਲਿਆ ਅਪਰੋਕਸੀਮੇਟਲੀ, ਪਰ ਜਦੋਂ ਟੈਕਸ ਭਰਨਾ ਵਾ ਉਦੋਂ ਘੱਟ ਤੇ ਭਰਨਾ। ਵੈਰੀਫਾਈ ਇਨਕਮ ਉਹ ਹੈ। ਮੈਂ ਤੁਹਾਨੂੰ ਇਹੀ ਗੱਲ ਮੈਂ ਤੁਹਾਡੇ ਤੋਂ ਘਵਾਉਣੀ ਚਾਹੁੰਦਾ ਸੀਗਾ ਕਿ ਬੰਦੇ ਦੀ ਇਨਕਮ ਕਾਫੀ ਆ,
ਤੇ ਉਹਦੀ ਮੌਰਗੇਜ ਦੇ ਲਈ ਬਣ ਨਹੀਂ ਰਹੀ, ਕੀ ਉਹਨੂੰ ਜਿਹੜਾ ਹੈਗਾ ਵਾ ਵੀ ਇਨਕਮ ਦੇ ਹਿਸਾਬ ਨਾਲ ਟੈਕਸ ਵੀ ਪੇ ਕਰ ਦੇਣਾ ਚਾਹੀਦਾ ਉਹਨੂੰ ਆਪਣੀ? ਨਹੀਂ, ਇਹ ਇੱਕ ਵੱਖਰਾ ਵਿਸ਼ਾ। ਉਂਝ ਮੈਂ ਤੁਹਾਨੂੰ ਦੱਸਿਆ ਕਿ ਵੈਰੀਫਾਈ ਇਨਕਮ ਦਾ ਮਤਲਬ ਜਿਹੜੇ ਟੈਕਸ ਵਾਲੇ ਪੇਪਰ ਹੁੰਦੇ ਉਹ ਹੁੰਦੇ ਆ। ਉਦਾਂ ਜਿਹੜੇ ਲੋਕ ਟਰੱਕਿੰਗ ਵਿੱਚ ਹੈ, ਬਿਜ਼ਨਸ ਵਿੱਚ ਹੈ, ਬਿਜ਼ਨਸ ਕਿਸੇ ਦੀ ਗਰੋਸਰੀ ਸ਼ਾਪ ਹੈ, ਕਿ ਕੋਈ ਅਕਾਊਂਟੈਂਟ ਹੈ, ਕੋਈ ਸੈਲੂਨ ਹੈ, ਕਿਸੇ ਦਾ ਪੀਜ਼ਾ ਹੈ, ਕਿਸੇ ਦੀ ਕੋਈ ਸਵੀਟ ਸ਼ਾਪ ਹੈ, ਹਾਂਜੀ, ਜਾਂ ਕੋਈ ਬੰਦਾ ਮੇਰੇ ਵਾਂਗੂ ਮੌਰਗੇਜ ਵਿੱਚ ਹੈ, ਕੋਈ ਰੀਅਲਟਰ ਹੈ, ਜਿਹੜੇ ਪ੍ਰੋਫੈਸ਼ਨਲ ਆ, ਇਹ ਖਰਚੇ ਪਾਉਂਦੇ ਹੁੰਦੇ। ਠੀਕ ਹੈ, ਇਹਨਾਂ ਵਾਸਤੇ ਡਿਫਰੈਂਟ ਜਿਹੜਾ ਹੈਗਾ ਕ੍ਰਾਈਟੇਰੀਆ ਫਿਕਸ ਵੱਖਰਾ ਕੀਤਾ ਗਿਆ। ਉਹਨਾਂ ਨੂੰ ਵੀ ਤਾਂ ਮੌਰਗੇਜ ਮਿਲਦੀ ਹੈ ਜੀ, ਇਹ ਨਹੀਂ ਕਿ ਉਹਨਾਂ ਨੂੰ ਨਹੀਂ ਮਿਲਦੀ ਜਾਂ ਉਹਨਾਂ ਦੀ ਇਨਕਮ ਨੂੰ ਕੰਸੀਡਰ ਨਹੀਂ ਕੀਤਾ ਜਾਂਦਾ ਜੀ। ਮੌਰਗੇਜ ਦੀਆਂ ਜਿਹੜੀਆਂ ਕਿਸ਼ਤਾਂ, ਉਹ ਆਪਾਂ ਸਪੋਜ਼ ਕਰੋ ਮੌਰਗੇਜ ਦੀ $1000 ਸੌਰੀ, ਕਿਉਂਕਿ ਮੈਂ ਨਵਾਂ ਕੈਨੇਡਾ ਦੇ ਵਿੱਚ ਆਇਆ ਜੀ, ਮੇਰੇ ਹਲੇ ਉਹ ਰੁਪਈਏ ਹੀ ਚੇਤੇ ਆਉਣ ਲੱਗ ਜਾਂਦੇ ਨਹੀਂ ਦਿਮਾਗ 'ਚੋਂ। ਹਾਂਜੀ, ਮੌਰਗੇਜ ਦੀਆਂ ਕਿਸ਼ਤਾਂ ਨਾ ਭਰਨ ਦੀ ਵੀ ਗਿਣਤੀ ਆ ਜਿਹੜੀ ਉਹ ਲਗਾਤਾਰ ਦੇਖਣ 'ਚ ਆ ਰਹੀ ਆ, ਸਾਹਮਣੇ ਆ ਰਹੀ ਆ। ਕਾਰਨ ਕੀ ਹੈ ਜੀ? ਇਹ ਕਿਉਂ ਲੋਕਾਂ ਦੇ ਜਿਹੜੇ ਹੈਗੇ ਆ ਬੈਂਕ ਦੇ ਨਾਲ ਜਿਹੜੇ ਸੰਬੰਧ ਆ ਉਹ ਵਿਗੜਦੇ ਜਾ ਰਹੇ ਆ? ਉਹਦੇ 'ਚ ਦੇਖੋ, ਇੱਕੋ ਕਾਰਨ ਜਿਹੜਾ ਅੱਜ ਕੱਲ੍ਹ ਮੇਨ ਹੈਗਾ, ਉਹ ਕੋਵਿਡ ਕਰਕੇ ਜੌਬ ਚਲੀਆਂ ਗਈਆਂ, ਜੌਬ ਲਾਸ ਜਿਹੜੀ ਹੋ ਰਹੀ ਆ ਬਹੁਤ ਵੱਡੇ ਪੱਧਰ ਤੇ ਹੋ ਗਈ ਆ। ਅਜੇ ਵੀ ਉਹ ਜਿਹੜੀ ਜੌਬ ਲਾਸ ਹੋਈ ਸੀਗੀ, ਤੇ ਉਦੋਂ ਬੈਂਕਾਂ ਨੇ ਇਹ ਕਿਹਾ ਸੀਗਾ, ਕਿਹਾ ਤੇ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਕਿ 6 ਮਹੀਨੇ ਵਾਸਤੇ ਤੁਸੀਂ ਆਪਦੀਆਂ ਕਿਸ਼ਤਾਂ ਪੋਸਟਪੋਨ ਕਰ ਲਓ, ਡੈਫਰ ਕਰ ਲਓ। 6 ਮਹੀਨੇ ਤੁਹਾਨੂੰ ਕਿਸ਼ਤ ਦੇਣ ਦੀ ਲੋੜ ਨਹੀਂ ਹੈ, ਉਦੋਂ ਬਾਅਦ ਸ਼ੁਰੂ ਕਰ ਲਈਏ। ਪਰ ਸਤੰਬਰ ਅਕਤੂਬਰ 'ਚ ਫਿਰ ਸ਼ੁਰੂ ਹੋ ਗਈਆਂ, ਪਰ ਲੋਕਾਂ ਦੇ ਕੰਮ ਤਾਂ ਅਜੇ ਦੁਬਾਰਾ ਸ਼ੁਰੂ ਨਹੀਂ ਹੋਏ। ਹਾਂਜੀ, ਜੌਬਾਂ ਕੁਛ ਇੱਦਾਂ ਦੇ ਇੰਸਟੀਟਿਊਸ਼ਨ ਆ, ਕੋਈ ਇੱਦਾਂ ਦੀਆਂ ਵਪਾਰਕ ਅਦਾਰੇ ਆ, ਉਹਨਾਂ ਦੇ ਕੰਮ ਦੁਬਾਰਾ ਲੀਹ ਤੇ ਆਏ ਹੀ ਨਹੀਂ, ਤੇ ਉਹ ਮੁਰਗ ਕਿੱਥੋਂ ਪੇ ਕਰਨ? ਇਸ ਕਰਕੇ ਮੌਰਗੇਜ ਨਾ ਪੇ ਕਰਨ ਵਾਲਿਆਂ ਦੀ ਗਿਣਤੀ ਜਿਹੜੀ ਆ ਉਹ ਹੁਣ ਦਿਨੋਂ ਦਿਨ ਵੱਧਦੀ ਜਾਂਦੀ। ਜਿਹੜੀ ਕਿਸੇ ਜ਼ਮਾਨੇ 'ਚ ਨਗੁਣੀ ਜੀ ਹੁੰਦੀ ਸੀ, 1% ਤੋਂ ਵੀ ਘੱਟ ਹੁੰਦੀ ਸੀ। ਦੇਖੋ, ਮੌਰਗੇਜ ਲੋਕੀ ਭੁੱਖੇ ਰਹਿ ਲੈਣਗੇ, ਮੌਰਗੇਜ ਪੇ ਕਰਦੇ, ਉਹ ਪੇ ਕਰਦੇ ਉਹ ਸੋਚਦੇ ਆ ਕਿ ਘਰ ਵਾ ਸਾਡਾ, ਜਿੱਥੇ ਅਸੀਂ ਰਹਿੰਦੇ ਆ, ਇੱਥੇ ਅਸੀਂ ਆਪਦੀ ਲਾਈਫ ਇੰਜੋਏ ਕਰਦੇ ਹਾਂ, ਸਾਡੇ ਤੇ ਛੱਤ ਹੈ, ਸਾਨੂੰ ਫਿਕਰ ਫਾਕਾ ਕੋਈ ਨਹੀਂ ਹੈ। ਪਰ ਜੇ ਉਹ ਛੱਤ ਨਾ ਹੋਵੇ, ਰੋਡ ਤੇ ਬੰਦਾ ਜਿਹੜਾ ਹੋਊਗਾ ਉਹਦੇ ਲਈ ਕੀ ਬਣੂਗਾ? ਠੀਕ ਹੈ, ਇਸ ਕਰਕੇ ਮੌਰਗੇਜ ਲੋਕੀ ਪੇ ਕਰਦੇ, ਔਖੇ ਸੌਖੇ ਕਰਦੇ ਹੈਗੇ। ਪਰ ਜਦੋਂ ਹੁਣ ਕਿਸੇ ਕੋਲ ਕੰਮ ਹੀ ਹੈ ਨਹੀਂ, ਉਹਨੂੰ ਆਮਦਨ ਹੀ ਹੈ ਨਹੀਂ, ਉਹਨੂੰ ਤਾਂ ਖਾਣ ਤੇ ਲੱਲੇ ਪਏ ਹੋਏ, ਉਹਨੂੰ ਬੱਚੇ ਪਾਲਣ ਦਾ ਫਿਕਰ ਪਿਆ ਹੋਇਆ, ਉਹ ਕਿੱਥੋਂ ਪੇ ਕਰੇ? ਸੋ ਇਹ ਇੱਕ ਬੜੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ। ਸਰਕਾਰ ਨੂੰ ਵੀ ਹੋ ਸਕਦਾ ਇਸ ਮੁੱਦੇ ਦੇ ਉੱਤੇ ਕੋਈ ਸੋਚ ਵਿਚਾਰ ਕਰਨੀ ਪਵੇ, ਕਿਉਂਕਿ ਸਰਕਾਰੀ ਜਿਹੜੇ ਅਦਾਰਿਆਂ ਨੂੰ, ਬੈਂਕਾਂ ਨੂੰ ਇਨਫੋਰਮੇਸ਼ਨ ਜਿਹੜੀ ਪਹੁੰਚ ਰਹੀ ਹੈ, ਉਹ ਲੋਕਾਂ ਦੀ ਜਿਹੜੀ ਇਹ ਕਰੰਟ ਸਿਚੁਏਸ਼ਨ ਆ, ਮੌਜੂਦਾ ਹਾਲਾਤ ਜਿਹੜੇ ਹੈਗੇ ਆ, ਉਹਦੇ ਬਾਰੇ ਉਹਨਾਂ ਤੋਂ ਇਨਫੋਰਮੇਸ਼ਨ ਜਾਂਦੀ ਹੈ। ਸਾਰੇ ਹੀ ਫਿਕਰਮੰਦ ਹੈ, ਬੈਂਕ ਵੀ ਫਿਕਰਮੰਦ ਹੈ, ਸਰਕਾਰ ਵੀ ਫਿਕਰਮੰਦ ਹੈ, ਲੋਕ ਤਾਂ ਫਿਕਰਮੰਦ ਹੈਗੇ ਜਿਨ੍ਹਾਂ ਕੋਲ ਪੈਸੇ ਨਹੀਂ ਹੈਗੇ ਪੇ ਕਰਨ ਵਾਸਤੇ। ਜੀ, ਜੇ ਆਪਾਂ ਇਹਨਾਂ ਦੀ ਕੀਮਤਾਂ ਦੀ ਗੱਲ ਕਰੀਏ, ਘਰਾਂ ਦੀਆਂ ਕੀਮਤਾਂ ਦੀ ਗੱਲ ਕਰ ਲਈਏ, ਕਿਉਂਕਿ ਵਿਨੀਪੈਗ ਦੇ ਵਿੱਚ ਕੋਈ ਜ਼ਿਆਦਾ ਉਛਾਲ ਨਹੀਂ ਦੇਖਣ ਨੂੰ ਮਿਲ ਰਿਹਾ ਸੀਗਾ, ਪਿਛਲੇ ਵੀ ਸਟੇਬਲ ਜਿਹਾ ਲੱਗ ਰਿਹਾ ਸੀਗਾ। ਕਿਉਂਕਿ ਜੇ ਆਪਾਂ ਦੂਸਰੀਆਂ ਸਟੇਟਾਂ ਦੀ ਗੱਲ ਕਰ ਲਈਏ, BC ਦੀ ਗੱਲ ਕਰ ਲਈਏ ਜਾਂ ਓਨਟਾਰੀਓ ਦੀ ਗੱਲ ਕਰ ਲਈਏ, ਉੱਥੇ ਤਾਂ ਪਹਿਲਾਂ ਹੀ ਘਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ। ਇੱਥੇ ਹੁਣ ਜਿਹੜੇ ਘਰਾਂ ਦੀਆਂ ਲਗਾਤਾਰ ਕੀਮਤਾਂ ਵੱਧ ਰਹੀਆਂ, ਇਹਦੇ ਕੀ ਕਾਰਨ ਹੋ ਸਕਦੇ ਆ? ਦੇਖੋ, ਘਰਾਂ ਦੀ ਇੱਕ ਬੜੀ ਇਹ ਇਕਨੋਮਿਕਸ ਦੀ ਗੱਲ ਹੈ ਕਿ ਮਾਰਕੀਟ ਦੇ ਵਿੱਚ ਕੋਈ ਚੀਜ਼ ਜ਼ਿਆਦਾ ਆ ਜਾਵੇ, ਉਹ ਸਸਤੀ ਹੋ ਜਾਂਦੀ। ਬਿਲਕੁਲ ਜੀ। ਜਿਹੜੀ ਚੀਜ਼ ਮਾਰਕੀਟ ਤੋਂ ਪਿਛਾਂਹ ਖਿੱਚ ਲਈ ਜਾਵੇ ਜਾਂ ਘੱਟ ਆਵੇ, ਉਹਦੀ ਲੋੜ ਵੀ ਵੱਧ ਲੱਗਣ ਲੱਗ ਪੈਂਦੀ। ਪੰਜਾਬ 'ਚ ਜੇ ਆਲੂ ਜ਼ਿਆਦਾ ਹੋਏ ਤਾਂ ਸੜਕਾਂ ਸੁੱਟਦੇ ਲੋਕ ਜਾਂ ਸਸਤੇ ਵਿਕਦੇ। ਠੀਕ ਹੈ ਜੀ, ਨਹੀਂ ਹੈਗੇ ਤੇ ਉਹੀ ਉਹ ਚੀਜ਼ ਜਿਹੜੀ ਮੁਫਤ ਵੀ ਚੁਕਾਉਂਦੇ ਸੀਗੇ ਲੋਕ, ਤੇ ਉਹ ਮੁੜ ਕੇ ਮਹਿੰਗੀ ਵਿਕਦੀ। ਇਸੇ ਤਰ੍ਹਾਂ ਹੀ ਮਾਰਕੀਟ ਦੇ ਵਿੱਚ ਡਿਮਾਂਡ ਸਪਲਾਈ ਉਹਨੂੰ ਕਹਿੰਦੇ ਆ। ਇਕਨੋਮਿਕਸ ਦੇ ਵਿੱਚ ਇਹ ਸਬਜੈਕਟ ਹੁੰਦਾ ਡਿਮਾਂਡ ਐਂਡ ਸਪਲਾਈ। ਡਿਮਾਂਡ ਕਿੰਨੀ ਆ, ਲੋੜ ਕਿੰਨੀ ਆ, ਤੇ ਪਿੱਛੋਂ ਸਪਲਾਈ ਕਿੰਨੀ ਆਉਂਦੀ। ਹੁਣ ਕੈਨੇਡਾ ਦੀ ਗੱਲ ਆਪਾਂ ਘਰਾਂ ਦੀ ਗੱਲ ਕਰੀਏ, ਜਿਹੜੀ ਹਾਊਸਿੰਗ ਮਾਰਕੀਟ ਦੀ ਗੱਲ ਕਰੀਏ, ਤੇ ਇੱਥੇ ਡਿਮਾਂਡ ਆਲਵੇਜ਼ ਹੀ ਬਹੁਤ ਰਹੀ ਹੈ, ਹਮੇਸ਼ਾ। ਸਪਲਾਈ ਉਨੀ ਨਹੀਂ ਹੋਈ, ਖਾਸ ਕਰਕੇ ਆ ਪਿਛਲੇ ਸਾਲ ਨਹੀਂ ਹੋਈ। ਪਿਛਲੇ ਸਾਲ ਨਾ ਹੋਣ ਦਾ ਕਾਰਨ ਕੀ ਸੀ? ਨਵੇਂ ਘਰ ਜਿਹੜੇ ਸੀ ਉਹ ਬਣੇ ਨਹੀਂ, ਡਿਵੈਲਪ ਨਹੀਂ ਹੋਏ। ਡਿਵੈਲਪਰ ਜਿਹੜੇ ਸੀ, ਘਰ ਬਿਲਡਰ ਜਿਹੜੇ ਸੀ, ਉਹਨਾਂ ਨੇ
ਹੱਥ ਪਿੱਛੇ ਖਿੱਚ ਲਿਆ। ਹੂੰ ਹੁਣ ਉਸ ਇੱਕ ਸਮਾਂ ਤੇ ਇਦਾਂ ਦਾ ਆ ਗਿਆ ਸੀ, ਪਤਾ ਨਹੀਂ ਜਿੰਦੇ ਰਹਿਣਾ ਕਿ ਨਹੀਂ ਰਹਿਣਾ। ਬਿਲਕੁਲ। ਤੇ ਜਿਹੜੇ ਡਿਵੈਲਪਰ ਹੈਗੇ ਆ, ਜਿਹੜੇ ਬਿਲਡਰ ਹੈਗੇ, ਉਹਨਾਂ ਦੇ ਤਾਂ ਅਰਬਾਂ ਖਰਬਾਂ ਮਿਲੀਅਨ ਟ੍ਰਿਲੀਅਨ ਡਾਲਰ ਜਿਹੜੇ ਆ ਉਹ ਲੱਗਦੇ ਪਏ ਹੁੰਦੇ ਹੈ, ਮਿਲੀਅਨ ਬਿਲੀਅਨ ਡਾਲਰ ਲੱਗਦੇ ਪਏ ਹੁੰਦੇ। ਤੇ ਉਹਨਾਂ ਨੇ ਵੀ ਸੋਚਿਆ ਹੋਊਗਾ ਕਿ ਅਸੀਂ ਇਨਵੈਸਟਮੈਂਟ ਇੰਨੀ ਕਰੀ ਜਾਵਾਂਗੇ ਤੇ ਜੇ ਕੱਲ ਨੂੰ ਘਰ ਵਿਕੇ ਹੀ ਨਾ ਫੇਰ ਕੀ ਕਰਾਂਗੇ। ਹਾਂਜੀ ਹਾਂਜੀ, ਇਦਾਂ ਦੀ ਹਾਲਤ ਬਣ ਸਕਦੀ ਸੀ। ਪਰ ਕਹਿ ਲਓ ਵੀ ਕੈਨੇਡਾ ਕੰਟਰੀ ਜਿਹੜਾ ਇਹਦੀ ਇਕਨੋਮਿਕ ਕੰਡੀਸ਼ਨ ਬੜੀ ਸਟੇਬਲ ਰਹੀ ਆ, ਕਦੀ ਵੀ ਇੰਨਾ ਜ਼ਿਆਦਾ ਨਿਘਾਰ ਨਹੀਂ ਆਇਆ। ਇੱਥੇ ਉਹਨੇ ਫਿਰ ਇੱਕ ਹੰਭਲਾ ਜਾ ਮਾਰਿਆ ਜਦੋਂ ਕੋਵਿਡ ਦਾ ਪ੍ਰਕੋਪ ਥੋੜਾ ਜਿਹਾ ਘਟਿਆ ਸੀਗਾ ਦਸੰਬਰ ਦੇ ਵਿੱਚ, ਜੂਨ ਜੁਲਾਈ 'ਚ, ਉਦੋਂ ਇੱਕਦਮ ਮਾਰਕੀਟ ਜਿਹੜੀ ਸੀਗੀ ਉਹ ਹੌਟ ਹੋ ਗਈ। ਉਂਝ ਵੈਸੇ ਇੱਕ ਸੁਣਨ ਵਾਲੀ ਗੱਲ ਇਹ ਆ ਕਿ ਜਿਹੜੇ ਦੋ ਸ਼ਹਿਰ ਵੱਡੇ ਆ, ਵੈਨਕੂਵਰ ਤੇ ਟੋਰਾਂਟੋ, ਇਹਨਾਂ ਦੋਨਾਂ ਸ਼ਹਿਰਾਂ ਦੇ ਵਿੱਚ ਮਾਰਕੀਟ ਆਲਵੇਜ਼ ਹੀ ਹੌਟ ਰਹਿੰਦੀ ਹੈ, ਹਮੇਸ਼ਾ ਹੀ ਹੌਟ ਰਹਿੰਦੀ ਹੈ। ਇੱਕ ਘਰ ਕੋਈ ਵੇਚਣ ਲਈ ਲੱਗਾ ਹੁੰਦਾ, ਉਹਨੂੰ 20 ਬੰਦੇ ਲੈਣਾ ਆ ਜਾਂਦੇ। ਬਿਲਕੁਲ, ਇਹਦਾ ਮਤਲਬ ਲੋੜ ਉੱਥੇ ਡਿਮਾਂਡ ਜ਼ਿਆਦਾ ਆ। ਠੀਕ ਹੈ ਜੀ। ਵਿਨੀਪੈਗ 'ਚ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਹੁੰਦੀ, ਪਰ ਹੁਣ ਇਹ ਜਿਹੜੇ ਦਿਨ ਲੰਘ ਕੇ ਗਏ ਜੀ, ਪਿਛਲਾ ਸਾਲ 2020 ਵਾਲਾ, ਉਹਦੇ ਵਿੱਚ ਜਦੋਂ ਘਰ ਮਾਰਕੀਟ 'ਚ ਆਉਂਦਾ ਸੀਗਾ, ਉਹ ਵੈਨਕੂਵਰ ਵਾਂਗੂ, ਟੋਰਾਂਟੋ ਵਾਂਗੂ ਇੱਥੇ ਵੀ ਜਿਹੜੇ ਸੀਗੇ ਉਹ ਆਫਰਾਂ ਜ਼ਿਆਦਾ ਭਰਦੇ ਸੀਗੇ। ਘਰ ਕਿਸੇ ਨੇ 4 ਲੱਖ ਦਾ ਲਾਇਆ ਤੇ 4.5 ਦਾ ਵਿਕ ਜਾਂਦਾ ਸੀ, 3 ਲੱਖ ਦਾ ਲਾਇਆ ਤੇ ਉਸ 3 20 25 30 ਦਾ ਵਿਕਦਾ ਸੀ। ਮਤਲਬ ਇਸ ਤਰੀਕੇ ਨਾਲ ਹੁੰਦਾ ਸੀਗਾ। ਉਹਦੇ ਪਿੱਛੇ ਰੀਜ਼ਨ ਇਹੀ ਆ ਕਿ ਡਿਮਾਂਡ ਬਹੁਤ ਹੈ, ਸਪਲਾਈ ਘੱਟ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਬਿਲਡਰਸ ਜਿਹੜੇ ਆ ਉਹ ਇਸ ਡਿਮਾਂਡ ਸਪਲਾਈ ਦੀ ਰੇਸ਼ੋ ਨੂੰ ਘੱਟ ਕਰ ਲੈਂਦੇ ਆ, ਯਾਨੀ ਡਿਵੈਲਪਮੈਂਟ ਜ਼ਿਆਦਾ ਕਰ ਲੈਂਦੇ ਆ, ਬਿਲਡਿੰਗਸ ਜ਼ਿਆਦਾ ਘਰ ਬਣ ਜਾਂਦੇ, ਬਿਲਡਰ ਬਣਾ ਲੈਂਦੇ ਆ, ਡਿਵੈਲਪਰਸ ਜਿਹੜੇ ਹੈਗੇ ਆ ਉਹ ਨਵੀਆਂ ਡਿਵੈਲਪਮੈਂਟਸ ਸ਼ੁਰੂ ਕਰ ਲੈਂਦੇ ਆ, ਸ਼ਾਇਦ ਕੀਮਤਾਂ ਸਟੇਬਲ ਹੋ ਜਾਣਗੀਆਂ। ਠੀਕ ਹੈ। ਕਿਹੜੇ ਬੰਦੇ ਐਲੀਜੀਬਲ ਹੋ ਸਕਦੇ ਆ ਮੌਰਗੇਜ ਲਈ? ਕੀ ਮਤਲਬ ਸਪੋਜ਼ ਕਰੋ ਮੈਂ ਕਿੰਨੇ % ਮਿਨੀਮਮ ਪਾ ਕੇ ਮੈਂ ਆਪਦੇ ਘਰ ਦੀ ਮੌਰਗੇਜ ਕਰਵਾ ਸਕਦਾ? ਕੀ ਮੈਨੂੰ 15%, 20%, 25% ਜਾਂ 2%, 5%? ਜੀ ਸਾਡੇ ਦਰਸ਼ਕਾਂ ਨੂੰ ਦੱਸੋ ਇਹ ਘੱਟੋ ਘੱਟ ਕਿੰਨੀ ਪੇਮੈਂਟ ਦੇ ਕੇ ਅਸੀਂ ਘਰ ਦੀ ਮੌਰਗੇਜ ਕਰਵਾ ਸਕਦੇ ਹਾਂ? ਦੋ ਤਰ੍ਹਾਂ ਦੀ ਗੱਲ ਹੁੰਦੀ ਜੀ। ਇੱਕ ਨੂੰ ਅਸੀਂ ਕਹਿੰਦੇ ਆ ਇਨਸ਼ੋਰਡ ਮੌਰਗੇਜ ਜੀ, ਇੱਕ ਨੂੰ ਅਸੀਂ ਕਹਿੰਦੇ ਆ ਕਨਵੈਨਸ਼ਨਲ ਮੌਰਗੇਜ। ਇਨਸ਼ੋਰਡ ਦਾ ਮਤਲਬ ਹੁੰਦਾ ਕਿ ਇੱਕ CMHC ਅਦਾਰਾ ਜੀ, ਕੈਨੇਡੀਅਨ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਜੀ, ਉਹ ਜਿਹੜਾ ਅਦਾਰਾ ਹੈਗਾ ਉਹ ਕਹਿੰਦਾ ਕਿ ਜੇ ਤੁਸੀਂ ਮੌਰਗੇਜ ਲੈਣੀ ਆ, ਮੈਂ ਤੁਹਾਡੇ ਬਿਹਾਫ ਤੇ ਬੈਂਕ ਨੂੰ ਗਰੰਟੀ ਦੇਣ ਨੂੰ ਤਿਆਰ ਹਾਂ ਕਿ ਬੰਦੇ ਬਹੁਤ ਚੰਗੇ, ਅੱਛਾ, ਤੇ ਘੱਟੋ ਘੱਟ 5% ਤੁਹਾਨੂੰ ਪਾਉਣਾ ਪਊਗਾ। ਲੈਸ ਦੈਨ 25 ਤੋਂ ਸ਼ੁਰੂ ਹੁੰਦੀ, ਘੱਟੋ ਘੱਟ 5 ਤਾਂ ਪਾਉਣਾ ਹੀ ਪਊਗਾ ਜੀ। ਤੇ 20% ਤੋਂ ਘੱਟ ਜਿਹੜੀ ਹੋਊਗੀ ਉਹਨੂੰ ਇਨਸ਼ੋਰਡ ਮੌਰਗੇਜ ਕਹਿੰਦੇ ਜੀ। ਜੇ ਅਸੀਂ 20% ਜਾਂ 20 ਤੋਂ ਜ਼ਿਆਦਾ, ਜਿੰਨੇ ਮਰਜ਼ੀ, ਲਿਮਿਟ ਕੋਈ ਨਹੀਂ, ਪਾਉਂਦੇ ਆ, ਉਹਨੂੰ ਕਨਵੈਨਸ਼ਨਲ ਮੌਰਗੇਜ ਕਹਿੰਦੇ। ਠੀਕ ਹੈ ਜੀ। ਇਹਦਾ ਮਤਲਬ ਜਿਹਦੇ 'ਚ ਹਿੰਮਤ ਹੈਗੀ ਜ਼ਿਆਦਾ ਪੈਸੇ ਡਾਊਨ ਪੇਮੈਂਟ ਪਾਉਣ ਦੀ, ਉਹ 20 ਜਾਂ 20 ਤੋਂ ਜ਼ਿਆਦਾ ਪਾ ਸਕਦਾ, 25 30 35 ਜਿੰਨੇ ਮਰਜ਼ੀ ਪਾ ਲਵੇ। ਪਰ ਜੇ ਅਸੀਂ ਸੋਚਦੇ ਵੀ ਨਹੀਂ, ਸਾਡੀ ਉਨੀ ਅਜੇ ਬਣੀ ਨਹੀਂ, ਗੁੰਜਾਇਸ਼ ਨਹੀਂ ਕਹਿ ਲਓ, ਸਾਡੇ ਕੋਲ ਪੈਸੇ ਇਕੱਠੇ ਨਹੀਂ ਕਰ ਹੋਏ ਕਹਿ ਲਓ, ਤੇ 5% ਤਾਂ ਘੱਟੋ ਘੱਟ ਪਾਉਣਾ ਹੀ ਪੈਣਗੇ। 5% ਘੱਟੋ ਘੱਟ। ਅੱਛਾ, ਇੱਕ ਸੁਣਿਆ ਸੀ ਪਿੱਛੇ ਜੇ ਕਿ 5% ਗਵਰਨਮੈਂਟ ਪਾਊ ਤੇ 5% ਬੰਦਾ ਪਾਊਗਾ, ਆਪਣਾ ਕੈਂਡੀਡੇਟ ਪਾਊਗਾ, ਤੇ ਉਹ ਜਿਹੜਾ ਹੈਗਾ ਉਹ ਕੀ ਸੀਨ ਸੀਗਾ ਜੀ? ਉਹਦੇ ਬਾਰੇ ਥੋੜਾ ਜਿਹਾ ਸਮਝਾਓ। ਚਲੋ, ਸਵਾਲ ਵਿੱਚ ਤੁਸੀਂ ਪੁੱਛ ਲਿਆ, ਚੰਗਾ ਸਵਾਲ। ਉਹ ਵੀ ਉਹ ਸਕੀਮ ਅਜੇ ਵੀ ਲਾਗੂ ਹੈਗੀ ਹੈ ਜੀ। ਗਵਰਨਮੈਂਟ ਕਹਿੰਦੀ ਆ ਕਿ ਜਿੰਨੀ ਤੁਹਾਡੀ ਫੈਮਿਲੀ ਇਨਕਮ ਹੈ ਉਹਦਾ 4 ਗੁਣਾ ਕੀਮਤ ਵਾਲਾ ਘਰ ਤੁਸੀਂ ਬਾਏ ਕਰ ਸਕਦੇ ਹੋ। ਜਿੰਨੀ ਕੀਮਤ ਆ, ਜਿੰਨੀ ਆਮਦਨ, ਮਤਲਬ ਜਿੰਨੀ ਆਮਦਨ ਆ ਉਦੋਂ 4 ਗੁਣਾ ਵੱਧ ਕੀਮਤ ਵਾਲਾ, ਹਾਂਜੀ, ਉਹਦੀ ਲਿਮਿਟ ਹੈ 1,20,000 ਤੋਂ ਵੱਧ ਆਮਦਨ ਵਾਲੇ ਬੰਦੇ ਉਹਦੇ ਲਈ ਕੁਆਲੀਫਾਈ ਨਹੀਂ ਕਰਦੇ, ਪਰਿਵਾਰ ਕੁਆਲੀਫਾਈ ਨਹੀਂ ਕਰਦੇ। 1,20,000 ਸਾਲਾਨਾ, ਹਾਂਜੀ, 1,20,000 ਸਾਲਾਨਾ, ਮੰਨ ਲਓ 1,25,000 ਸਾਲਾਨਾ ਹੋ ਗਈ, ਨਹੀਂ ਲੈ ਸਕਦੇ ਤੁਸੀਂ, ਉਸ ਸਕੀਮ 'ਚ ਫਾਲ ਨਹੀਂ ਕਰਦੇ ਜੀ। ਠੀਕ ਹੈ। 1,20,000 ਫੈਮਿਲੀ ਇਨਕਮ ਵਾਲੇ ਪਰਿਵਾਰ ਇਸ ਸਕੀਮ ਵਿੱਚ ਫਾਲ ਕਰਦੇ, ਮਤਲਬ 4,80,000 ਦਾ ਤੁਸੀਂ ਘਰ ਲੈ ਸਕਦੇ ਜੀ। ਹੁਣ ਜੇ ਤਾਂ ਘਰ ਤੁਸੀਂ ਲੈਣਾ ਨਿਊਲੀ ਕੰਸਟਰਕਟਡ, ਤੇ ਤੁਸੀਂ ਆਪਦੇ ਕੋਲੋਂ ਸਿਰਫ 5% ਡਾਊਨ ਪੇਮੈਂਟ ਪਾ ਰਹੇ ਹੋ ਕਾਨੂੰਨ ਮੁਤਾਬਕ, ਗਵਰਨਮੈਂਟ 10% ਕੰਟਰੀਬਿਊਟ ਕਰੂਗੀ ਵਿੱਚ। ਜੇ ਤੁਸੀਂ ਲੈ ਰਹੇ ਹੋ ਪਹਿਲਾਂ ਐਗਜ਼ਿਸਟਿੰਗ ਘਰ, ਕੋਈ 2 ਸਾਲ 10 ਸਾਲ 15 ਸਾਲ ਪਹਿਲਾਂ ਦਾ ਬਣਿਆ ਹੋਇਆ, ਤੁਸੀਂ 5 ਪਾਉਂਦੇ ਹੋ ਤਾਂ ਗਵਰਨਮੈਂਟ ਵੀ 5 ਪਾਊਗੀ, ਤੇ 5 ਤੋਂ ਵੱਧ ਨਹੀਂ ਗਵਰਨਮੈਂਟ ਦੇਊਗੀ। ਤੁਸੀਂ ਭਾਵੇਂ 15 ਪਾ ਦਿਓ, ਉਹਨੇ 5 ਹੀ ਦੇਣਾ। 15 ਨਹੀਂ, ਮਤਲਬ 20 ਵਾਲੇ ਤੇ ਸਕੀਮ ਹੈ ਹੀ ਨਹੀਂ, 20 ਤੋਂ ਥੱਲੇ ਥੱਲੇ ਰੱਖਣਾ ਪਊਗਾ। ਤੁਸੀਂ 10% ਪਾਉਂਦੇ ਹੋ, 12% ਪਾਉਂਦੇ ਹੋ, ਤੇ ਉਹ 5% ਸਰਕਾਰ ਪਾ ਦਊਗੀ। ਪਰ ਇਹ ਗ੍ਰਾਂਟ ਨਹੀਂ, ਗ੍ਰਾਂਟ ਇੱਦਾਂ ਦੀ ਗ੍ਰਾਂਟ ਨਹੀਂ ਹੈਗੀ ਕਿ ਵਾਪਸ ਨਹੀਂ ਲੈਣੀ।
ਹਾਂ ਇਹ ਤੇ ਇੰਟਰਸਟ ਵੀ ਹੈ ਨਹੀਂ ਕੋਈ ਜੀ। ਮਤਲਬ ਜਿਹੜਾ ਸਰਕਾਰ ਨੇ 5% ਪਾਇਆ ਉਹ ਉਹਨਾਂ ਨੇ ਵਾਪਸ ਲੈਣਾ ਵਾਪਸ ਲੈਣਾ ਜੀ, ਬਿਲਕੁਲ ਵਾਪਸ ਲੈਣਾ ਜੀ। ਉਹਨਾਂ ਨੇ 5% ਜਦੋਂ ਵਾਪਸ ਕਦੋਂ ਲੈਣਾ, ਜਾਂ ਤਾਂ ਲੈਣਾ ਜਦੋਂ ਤੁਸੀਂ ਘਰ ਵੇਚਤਾ। ਅੱਜ ਘਰ ਲਿਆ ਆਪਾਂ ਮਾਰਚ ਵਿੱਚ ਬੈਠੇ, ਮਾਰਚ 21 ਵਿੱਚ, ਤੁਸੀਂ ਸੋਚਦੇ ਹੋ ਕਿ 4 ਸਾਲ ਬਾਅਦ ਮੈਂ ਘਰ ਵੇਚ ਕੇ ਕੋਈ ਹੋਰ ਵੱਡਾ ਲੈ ਲਵਾਂ ਤੇ ਤੁਹਾਨੂੰ ਇਹ ਪੈਸੇ ਸਰਕਾਰ ਵਾਲੇ ਵਾਪਸ ਕਰਨੇ ਪੈਣਗੇ। ਪਲੱਸ ਜਿਹੜੀ ਐਪਰੀਸ਼ੀਏਸ਼ਨ ਹੋਈ ਪ੍ਰਾਪਰਟੀ ਦੀ, ਅੱਜ 4 ਲੱਖ ਦਾ ਲਿਆ ਘਰ, ਕੱਲ ਨੂੰ ਉਹ 4.25 ਦਾ ਹੋ ਗਿਆ ਫਾਰ ਐਗਜ਼ਾਮਪਲ, ਬਹੁਤਾ ਨਹੀਂ ਵਧਿਆ, 4.25 25,000 ਹੀ ਵਧਿਆ। 25,000 ਦਾ 5% ਤੁਹਾਨੂੰ ਸਰਕਾਰ ਨੂੰ ਉਹਦੇ ਨਾਲ 5% ਓਰੀਜਨਲ ਪਲੱਸ ਜਿਹੜੀ ਐਪਰੀਸੀਏਸ਼ਨ ਵੈਲਿਊ ਹੋਈ ਹੈ ਉਹਦੇ ਪਰਸੈਂਟੇਜ ਅਕੋਰਡਿੰਗਲੀ ਉਹਨਾਂ ਨੂੰ ਪੇ ਕਰਨੇ ਪੈਣੇ। ਜਾਂ ਜਦੋਂ 25 ਸਾਲ ਹੋ ਗਏ ਪੂਰੇ, ਡਜ਼ਨਟ ਮੈਟਰ ਤੁਸੀਂ ਘਰ ਵੇਚਿਆ ਜਾਂ ਨਹੀਂ ਵੇਚਿਆ, ਉਦੋਂ ਪੈਸੇ ਤੁਹਾਨੂੰ ਵਾਪਸ ਕਰਨੇ ਪੈਣਗੇ ਜਿੰਨੇ ਲਏ ਉਹ, ਪਲੱਸ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਐਪਰੀਸੀਏਸ਼ਨ ਵੈਲਿਊ ਉਹ ਦੇਣੇ ਪੈਣਗੇ। ਠੀਕ ਹੈ ਜੀ, ਇਹ ਵਾਪਸ ਕਰਨੇ ਪੈਣੇ ਆ। ਪਰ ਹਾਲ ਦੀ ਘੜੀ ਜੇ ਉਹ ਬੰਦਾ ਕੋਈ ਵੀ ਪਰਿਵਾਰ ਜਿਹੜਾ ਇਹ ਸਹੂਲਤ ਲੈ ਲੈਂਦਾ, ਉਹਦੀ ਕਿਸ਼ਤ ਘਟ ਜਾਂਦੀ ਆ, ਜਾਨ ਥੋੜੀ ਸੌਖੀ ਹੋ ਜਾਂਦੀ ਹੈ। ਪਰ ਸ਼ਰਤ ਇੱਕੋ ਹੀ ਆ ਕਿ ਉਹੀਓ ਪਰਿਵਾਰ ਫਾਲ ਕਰਦੇ ਆ, ਉਹੀ ਪਰਿਵਾਰ ਇਸ ਸਕੀਮ ਦਾ ਲਾਹਾ ਲੈ ਸਕਦੇ ਆ ਜਿਨ੍ਹਾਂ ਦੀ ਆਮਦਨ, ਪਰਿਵਾਰਕ ਆਮਦਨ, ਪੂਰੇ ਪਰਿਵਾਰ ਦੀ ਆਮਦਨ ਜਿਹੜੀ ਆ 1,20,000 ਤੋਂ ਵੱਧ ਨਹੀਂ ਹੈ। ਠੀਕ ਹੈ ਜੀ। ਹੋਰ ਗੱਲ ਧਿਆਨ ਨਾਲ ਸੁਣਨ ਵਾਲੀ, ਜਿੰਨੀ ਆਮਦਨ ਹੈਗੀ ਆ, ਮੰਨ ਲਓ 80,000 ਆਮਦਨ ਆ, 3,20,000 ਦਾ ਘਰ ਲੈ ਸਕਦਾ। ਕੋਈ ਸੋਚੇ ਚਲੋ ਜੀ ਮੈਂ 80,000 ਆਮਦਨ ਹੈਗੀ ਆ ਪਰ ਘਰ ਮੈਂ 3.5 ਦਾ ਲੈ ਲਵਾਂ, ਮੈਂ 30 ਉੱਤੇ ਕੋਲੋਂ ਦੇ ਦੂੰਗਾ, ਨੋ, ਤੁਸੀਂ ਲੈ ਹੀ ਨਹੀਂ ਸਕਦੇ। 3,80,000 ਦਾ ਮਤਲਬ 3,20,000 ਦਾ, 21 ਵੀ ਨਹੀਂ। ਇਹ ਨਹੀਂ ਤੁਸੀਂ ਕਹਿ ਸਕਦੇ ਕਿ 3 ਲੱਖ ਮੈਨੂੰ 20 ਦਾ ਮਿਲਿਆ ਨਹੀਂ ਜੀ, ਉਹਦਾ 25 ਦਾ ਮਿਲ ਗਿਆ, ਉਹ ਤਾਂ ਬਿਡਿੰਗ ਹੋ ਗਈ, ਉਹ ਤਾਂ ਕਿਸੇ ਹੋਰ ਨੇ ਆਫਰਾਂ ਭਰਤੀਆਂ, ਉਹ ਰੇਟ ਹੀ ਵਧਾ ਦਿੱਤਾ, ਮੈਨੂੰ ਤਾਂ 3,25,000 ਵਾਲਾ ਮਿਲ ਰਿਹਾ ਹੈਗਾ ਤੇ ਮੈਂ ਚਲੋ 5,000 ਕੋਲੋਂ ਤਾਂ ਦਿੰਦਾ। ਇਦਾਂ ਦੀ ਕੋਸ਼ਿਸ਼ ਸਕੀਮ ਨੇ। ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਖੀਰ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਜੇ ਕੋਈ ਮੇਰੇ ਤੋਂ ਗੱਲ ਪੁੱਛਣ ਵਾਲੀ ਰਹਿ ਗਈ ਹੋਵੇ ਤਾਂ ਸਾਡੇ ਦਰਸ਼ਕਾਂ ਨੂੰ ਤੁਸੀਂ ਆਪਣੇ ਵੱਲੋਂ ਕੁਝ ਦੱਸਣਾ ਚਾਹੁੰਦੇ ਹੋ? ਇੱਕ ਗੱਲ ਮੈਂ, ਤੁਸੀਂ ਜਦੋਂ ਬੈਂਕਾਂ ਦੀ ਗੱਲ ਕਰ ਰਹੇ, ਸਰਕਾਰੀ ਬੈਂਕ ਦੀ, ਇੱਕ ਸਵਾਲ ਆਉਣਾ ਚਾਹੀਦਾ ਸੀ, ਮੈਨੂੰ ਲੱਗਦਾ ਮੈਨੂੰ ਕਲੀਅਰ ਕਰ ਦੇਣੀ ਚਾਹੀਦੀ ਗੱਲ। ਬੈਂਕ ਆਫ ਕੈਨੇਡਾ ਦੇ ਰੇਟ ਬਿਫੋਰ ਕੋਵਿਡ-19 ਜਾਂ ਮਾਰਚ ਤੋਂ ਪਹਿਲਾਂ, ਇਹ ਮਾਰਚ 20 ਤੋਂ ਪਹਿਲਾਂ 1.75% ਸੀ। 1.75 ਮਤਲਬ ਉਹਦਾ ਕਹਿਣ ਤੋਂ ਭਾਵ ਹੈ ਕਿ ਬੈਂਕਾਂ ਨੂੰ ਫੰਡ ਜਿਹੜੇ ਆ ਉਹ ਬੈਂਕ ਆਫ ਕੈਨੇਡਾ ਤੋਂ ਇਸ ਰੇਟ ਤੇ ਅਵੇਲੇਬਲ ਸੀ। ਅੱਜ ਦੀ ਡੇਟ ਵਿੱਚ ਉਦੋਂ ਕਾਹਲੀ ਚ 2 ਵਾਰੀ 50% ਜਿਹੜੇ 3 ਵਾਰੀ 50% ਰੇਟ ਗਵਰਨਮੈਂਟ ਨੂੰ ਚੱਕਣੇ ਪਏ ਤੇ ਰੇਟ ਰਹਿ ਗਿਆ ਸਿਰਫ 0.25%, 1/4% ਰਹਿ ਗਏ, ਜਿਹੜਾ ਕਿ 1.75 ਸੀਗਾ, ਉਹ ਹੁਣ ਸਿਰਫ 0.25 ਰਹਿ ਗਿਆ ਸੀ। ਠੀਕ ਹੈ। ਅਮਰੀਕਾ 'ਚ 0% ਹੈ, ਬੈਂਕ ਆਫ ਅਮਰੀਕਾ ਦਾ ਰੇਟ 0% ਹੈ, ਕੈਨੇਡਾ ਵਿੱਚ 0.25% ਹੈ। ਹੁਣ ਇਹ ਕਿ ਇਹਦਾ ਸਾਡੇ ਨਾਲ ਕੀ ਸੰਬੰਧ ਹੈ ਜਾਂ ਮੌਰਗੇਜ ਨਾਲ ਕੀ ਸੰਬੰਧ ਹੈ? ਜਦੋਂ ਬੈਂਕ ਆਫ ਕੈਨੇਡਾ ਦੇ ਰੇਟ ਵੱਧਦੇ ਆ ਤੇ ਨਾਲ ਹੀ ਪ੍ਰਾਈਮ ਰੇਟ ਵਧਣ ਦੇ ਚਾਂਸ ਹੁੰਦੇ ਆ ਜੀ। ਪ੍ਰਾਈਮ ਰੇਟ ਉਸ ਟਾਈਮ ਤੇ ਜਦੋਂ 1.75 ਸੀਗਾ ਬੈਂਕ ਆਫ ਕੈਨੇਡਾ ਦਾ ਰੇਟ, ਤੇ ਬੈਂਕਾਂ ਨੇ ਪ੍ਰਾਈਮ ਰੇਟ ਜਿਹੜਾ ਰੱਖਿਆ ਸੀ, ਪ੍ਰਾਈਮ ਦਾ ਮਤਲਬ ਵਧੀਆ ਰੇਟ, ਚੰਗਾ ਰੇਟ ਸੀ ਉਹਨਾਂ ਦਾ 2.45। TD ਦਾ ਥੋੜਾ ਵੱਧ ਹੁੰਦਾ, TD ਬੈਂਕਾਂ ਦਾ ਆਪਣੇ ਆਪ ਨੂੰ ਸਰਦਾਰ ਕਹਾਉਂਦਾ, ਉਹਦਾ ਰੇਟ ਹੁੰਦਾ ਜੀ 2.60 ਪ੍ਰਾਈਮ ਰੇਟ। ਉਹ ਜਦ ਬੈਂਕਾਂ ਨੇ ਬੈਂਕ ਆਫ ਕੈਨੇਡਾ ਵੱਲੋਂ ਰੇਟ ਘਟਾਉਣ ਦੇ ਬਾਵਜੂਦ 1.75 ਤੋਂ ਘਟਾ ਕੇ 0.25 ਤੱਕ ਕਰਨ ਦੇ ਬਾਵਜੂਦ ਵੀ ਆਪਦੇ ਪ੍ਰਾਈਮ ਰੇਟ ਨਹੀਂ ਸੀ ਘਟਾਏ ਜੀ। ਮੌਰਗੇਜ ਰੇਟ ਘਟ ਗਏ ਸੀਗੇ, ਪ੍ਰਾਈਮ ਰੇਟ ਨਹੀਂ ਸੀ ਘਟਾਇਆ ਜੀ। ਪਰ ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਟੈਂਪਰੇਰੀ ਆ ਤੇ ਅਸੀਂ ਘਟਾਵਾਂਗੇ ਵਧਾਵਾਂਗੇ, ਬੈਟਰ ਹੈ ਕਿ ਇਹ ਇੰਨਾ ਹੀ ਰੱਖੋ। ਪਰ ਮੈਨੂੰ ਲੱਗਦਾ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਬੈਂਕ ਆਫ ਕੈਨੇਡਾ ਨੇ ਰੇਟ ਦੁਬਾਰਾ ਚੱਕਿਆ, ਹੁਣ 2.5 ਹੈ, ਉਹ 1.25 ਹੋ ਗਿਆ ਜਾਂ 1.75 ਤੇ 1.75 ਤੇ ਪਹੁੰਚ ਗਿਆ, ਹੋ ਸਕਦਾ ਬੈਂਕ ਪ੍ਰਾਈਮ ਰੇਟ ਚੱਕ ਦੇਣਗੇ। ਪ੍ਰਾਈਮ ਰੇਟ ਦਾ ਜਿਹੜਾ ਅਸਰ ਪੈਂਦਾ ਸਿੱਧਾ ਉਹ ਪੈਂਦਾ
ਜਿਨ੍ਹਾਂ ਨੇ ਵੇਰੀਏਬਲ ਮੌਰਗੇਜ ਲਈ ਹੁੰਦੀ। ਆਪਾਂ ਗੱਲ ਕੀਤੀ ਸੀ ਫਿਕਸ ਮੌਰਗੇਜ ਤੇ ਵੇਰੀਏਬਲ ਮੌਰਗੇਜ। ਵੇਰੀਏਬਲ ਮੌਰਗੇਜ ਦਾ ਮਤਲਬ ਜੇ ਰੇਟ ਮਾਰਕੀਟ ਦੇ ਵਿੱਚ ਅਪ ਹੈ ਤੇ ਮੌਰਗੇਜ ਰੇਟ ਅਪ ਹੈ, ਜੇ ਡਾਊਨ ਹੈ ਤੇ ਮੌਰਗੇਜ ਰੇਟ ਡਾਊਨ। ਅੱਜ ਦੀ ਡੇਟ ਵਿੱਚ 2.45 ਰੇਟ ਹੈ ਪ੍ਰਾਈਮ। ਇਹ ਸਾਰਾ ਜਿਹੜਾ ਮੌਰਗੇਜ ਜਿਨ੍ਹਾਂ ਨੇ ਵੇਰੀਏਬਲ ਲਈ ਆ, ਇਹ ਉਹਦੇ ਨਾਲ ਕਨੈਕਸ਼ਨ ਆ। ਜੇ ਕੱਲ ਨੂੰ ਇਹ ਰੇਟ ਵੱਧ ਗਿਆ ਤੇ ਮੌਰਗੇਜ ਰੇਟ ਆਟੋਮੈਟਿਕਲੀ ਵੱਧ ਜਾਣੇ ਆ, ਭਾਵੇਂ ਕਿਸੇ ਨੇ 2 ਸਾਲ ਪਹਿਲਾਂ ਮੌਰਗੇਜ ਲਈ ਹੋਵੇ, ਭਾਵੇਂ ਕਿਸੇ ਨੇ 4 ਸਾਲ ਪਹਿਲਾਂ ਲਈ ਹੋਵੇ। ਠੀਕ ਹੈ ਜੀ। ਪਰ ਜੇ ਉਹਨਾਂ ਨੇ ਫਿਕਸ ਲਈ ਆ ਤਾਂ ਕੋਈ ਅਸਰ ਨਹੀਂ ਪਾਉਣਾ ਜੀ। ਇਹ ਇੱਕ ਬੜਾ ਟੈਕਨੀਕਲ ਫਾਰਮੂਲਾ, ਕਈ ਵਾਰੀ ਪਤਾ ਨਹੀਂ ਹੁੰਦਾ, ਜਾਂ ਬੈਂਕਾਂ, ਮੈਂ ਸਾਫ਼ ਸਪਸ਼ਟ ਕਹਿੰਦਾ ਜੀ, ਬੈਂਕਾਂ ਦੱਸਦੀਆਂ ਨਹੀਂ, ਜਾਂ ਅਸੀਂ ਜਾ ਕੇ ਝਿਜਕਦੇ ਉੱਥੇ ਪੁੱਛਦੇ ਨੇ ਜੀ। ਇਹਦੇ ਲਈ ਬੈਸਟ ਤਰੀਕਾ ਜਿਹੜਾ ਹੁੰਦਾ, ਜਾਂ ਬੈਸਟ ਜਿਹੜੀ ਇਨਫੋਰਮੇਸ਼ਨ ਅਵੇਲੇਬਲ ਇਨਫੋਰਮੇਸ਼ਨ ਆ, ਉਹ ਬ੍ਰੋਕਰਸ ਕੋਲ, ਉਹ ਮੌਰਗੇਜ ਸਪੈਸ਼ਲਿਸਟ ਤੋਂ ਲੈ ਲੈਣੀ ਚਾਹੀਦੀ, ਮੌਰਗੇਜ ਪ੍ਰੋਫੈਸ਼ਨਲ ਕੋਲੋਂ ਲੈਣੀ ਚਾਹੀਦੀ, ਐਡਵਾਈਜ਼ਰ ਕੋਲੋਂ ਜਾਂ ਮੌਰਗੇਜ ਬ੍ਰੋਕਰ ਜੋ ਵੀ ਮਰਜ਼ੀ ਨਾ ਹੈਗਾ, ਕਿਉਂਕਿ ਬੜੇ ਹੈਗੇ ਆ, ਉਹਨਾਂ ਕੋਲੋਂ ਇਨਫੋਰਮੇਸ਼ਨ ਲਈ ਜਾ ਸਕਦੀ ਹੈ। ਮੇਰੇ ਕੋਲ ਲੈਣਾ ਚਾਹੁੰਦਾ ਤੇ ਵੀ ਫ੍ਰੀ ਹੁੰਦਾ ਸਾਰਾ ਕੁਝ। ਬਿਲਕੁਲ, ਕਿਉਂਕਿ ਜੇ ਮੇਰਾ ਬੈਂਕ 'ਚ TD 'ਚ ਅਕਾਊਂਟ ਆ, ਮੇਰੀ ਤਾਂ ਪਹੁੰਚ TD ਤੱਕ ਹੀ ਹੈ ਜੀ, ਮੈਂ ਤਾਂ TD ਤੋਂ ਪੁੱਛ ਸਕਦਾ। ਪਰ ਜੇ ਮੈਂ ਮੌਰਗੇਜ ਸਪੈਸ਼ਲਿਸਟ ਦੀ ਸਲਾਹ ਲਵਾਂਗਾ ਤਾਂ ਮੈਨੂੰ ਹੋਰ ਵੀ ਬਹੁਤ ਬੈਂਕਾਂ ਦੇ ਆਪਸ਼ਨ ਦੱਸ ਸਕਦੇ। ਮੌਰਗੇਜ ਸਪੈਸ਼ਲਿਸਟ ਜਿਹੜੇ ਉਹ ਤੁਹਾਨੂੰ ਆਪਸ਼ਨ ਦੱਸਣਗੇ ਕਿ TD ਹੋ ਸਕਦਾ ਤੁਹਾਨੂੰ ਕੁਆਲੀਫਾਈ ਨਾ ਕਰੇ, ਹੋ ਸਕਦਾ ਤੁਹਾਡੀ ਇਨਕਮ ਜਿਹੜੀ ਆ ਉਹਨੂੰ ਨਾ ਅਸੈਪਟੇਬਲ ਹੋਵੇ, ਕਿਸੇ ਹੋਰ ਨੂੰ ਹੋ ਸਕਦੀ। ਬਿਲਕੁਲ, ਇਹ TD ਨੇ ਤਾਂ ਕਹਿਣਾ ਨਹੀਂ ਮੈਂ ਨਹੀਂ ਅਸੈਪਟ ਕਰਦਾ, ਫਲਾਨਾ ਕਰਦਾ। ਉਹਨਾਂ ਨੇ ਫਲਾਨਾ ਨਹੀਂ ਦੱਸਣਾ ਤੁਹਾਨੂੰ ਕਿਹੜਾ। ਠੀਕ ਹੈ ਜੀ। ਇਹ ਫਲਾਨਾ ਦੱਸਣ ਵਾਲਾ ਜਿਹੜਾ ਅਦਾਰਾ ਵਾ ਉਹ ਮੌਰਗੇਜ ਬ੍ਰੋਕਰ, ਉੱਥੇ ਜਾਣਾ ਚਾਹੀਦਾ। ਉਹ ਤੁਹਾਨੂੰ ਸਹੀ ਗਾਈਡ ਕਰਨਗੇ। ਜਿਵੇਂ ਤੁਸੀਂ ਪੁੱਛਿਆ ਇਨਕਮ ਦੀ ਗੱਲ, ਟੈਕਸੀ ਵਾਲੇ, ਟਰੱਕਾਂ ਵਾਲੇ, ਬਿਜ਼ਨੈਸਿਸ ਵਾਲੇ, ਪ੍ਰੋਫੈਸ਼ਨਲ, ਇਹਨਾਂ ਦੀ ਇਨਕਮ ਦਾ ਥੋੜਾ ਜਿਹਾ ਚੱਕਰ ਹੁੰਦਾ। ਇਨਕਮ ਬਥੇਰੀ ਹੁੰਦੀ ਆ ਪਰ ਖਰਚੇ ਵੀ ਚੋਖੇ ਪਾਏ ਹੁੰਦੇ ਆ, ਤੇ ਨੈਟ ਇਨਕਮ ਜਿਹੜੀ ਟੈਕਸੇਬਲ ਇਨਕਮ ਉਹ ਘਟਾਈ ਹੁੰਦੀ ਹੈ। ਉਦੋਂ ਫਿਰ ਮੌਰਗੇਜ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਮੌਰਗੇਜ ਮਿਲ ਨਹੀਂ ਰਹੀ, ਪਤਾ ਨਹੀਂ ਕੀ ਗੱਲ, ਬਣਦੇ ਤੇ ਪੈਸੇ ਬਹੁਤ ਆ, ਮੌਰਗੇਜ ਕਿਉਂ ਨਹੀਂ ਮਿਲਦੀ? ਉਹ ਤੁਸੀਂ ਖਰਚੇ ਪਾਏ ਹੁੰਦੇ ਤਾਂ ਨਹੀਂ ਮਿਲਦੀ। ਪਰ ਮੌਰਗੇਜ ਬ੍ਰੋਕਰ ਦੇ ਕੋਲ ਆਪਸ਼ਨਸ ਹੋਰ ਹੁੰਦੀਆਂ, ਉਹਦੇ ਕੋਲ ਆਲਟਰਨੇਟਿਵ ਬਦਲਵੇਂ ਜਿਹੜੇ ਪ੍ਰਬੰਧ ਹੁੰਦੇ ਆ, ਉਹਨਾਂ ਪ੍ਰਬੰਧਾਂ ਦੇ ਹੇਠ ਮੌਰਗੇਜ ਕਰ ਸਕਦਾ। ਬਿਲਕੁਲ ਜੀ, ਬਿਲਕੁਲ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਵਧੀਆ ਢੰਗ ਨਾਲ ਤੁਸੀਂ ਮੌਰਗੇਜ ਦੀਆਂ ਬਰੀਕੀਆਂ ਸਾਡੇ ਦਰਸ਼ਕਾਂ ਨੂੰ ਦੱਸੀਆਂ, ਤੇ ਮੈਂ ਦਰਸ਼ਕਾਂ ਨੂੰ ਵੀ ਇਹ ਦੱਸਣਾ ਚਾਹੁੰਦਾ, ਐਡਵਾਈਸ ਦੇਣੀ ਚਾਹੁੰਦਾ ਕਿ jੇਕਰ ਤੁਹਾਡਾ ਕੋਈ ਵੀ ਸਵਾਲ ਮੌਰਗੇਜ ਦੇ ਲਈ ਆ, ਤੁਸੀਂ ਆਪਣਾ ਮੌਰਗੇਜ ਕਰਾਉਣਾ ਚਾਹੁੰਦੇ ਹੋ, ਨਵੇਂ ਘਰ ਲੈਣ ਦੀ ਪਲਾਨ ਕਰ ਰਹੇ ਹੋ, ਤਾਂ ਤੁਸੀਂ ਸਪੈਸ਼ਲਿਸਟ ਕੋਲੇ, ਮੌਰਗੇਜ ਸਪੈਸ਼ਲਿਸਟ ਦੀ ਸਲਾਹ ਲੈ ਸਕਦੇ ਹੋ। ਤੁਸੀਂ ਜੇਕਰ ਤੁਹਾਡੇ ਕੋਈ ਕੁਐਸਚਨ ਆ, ਤੁਹਾਡੇ ਸਵਾਲ ਆ, ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਇਨਬਾਕਸ ਕਰ ਸਕਦੇ ਹੋ ਸਾਡੇ ਤੋਂ। ਇਹਦੇ ਪ੍ਰਤੀ ਤੁਸੀਂ ਆਪਦੇ ਸਵਾਲਾਂ ਦੇ ਜਵਾਬ ਲੈ ਸਕਦੇ ਹੋ। ਅਸੀਂ ਤੁਹਾਡੇ ਸਵਾਲ ਮੌਰਗੇਜ ਸਪੈਸ਼ਲਿਸਟ ਤੱਕ ਪਹੁੰਚਾ ਦਾਂਗੇ ਤੇ ਉਹਨਾਂ ਦੇ ਆਨਸਰ ਦੇਣ ਦੇ ਲਈ ਅਸੀਂ ਵਚਨਬੱਧ ਰਵਾਂਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਬੜੀ ਬੇਬਾਕੀ ਨਾਲ ਤੁਸੀਂ ਸਾਡੀਆਂ ਤੁਸੀਂ ਬਰੀਕੀਆਂ ਨੂੰ ਸਮਝਾਇਆ ਸਾਡੇ ਦਰਸ਼ਕਾਂ ਨੂੰ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਇੱਥੇ ਆਉਣ ਲਈ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਪਿੰਟਰ ਸਾਹਿਬ। ਮੈਂ ਅਖੀਰ ਤੇ ਕਹਿਣਾ ਚਾਹੁੰਦਾ ਜੀ, ਉਂਝ ਤਾਂ ਜਦੋਂ ਤੁਸੀਂ ਫੇਸਬੁੱਕ ਤੇ ਪ੍ਰੋਗਰਾਮ ਦੇਖੋਗੇ ਜਾਂ YouTube ਤੇ ਵੇਖੋਗੇ, ਉਦੋਂ ਮੇਰੀ ਐਡ ਚੱਲਦੀ ਪਈ ਹੈ। ਪਰ ਜੇ ਤੁਸੀਂ ਮੇਰੇ ਨਾਲ ਸਿੱਧਾ ਸੰਪਰਕ ਕਰਨਾ ਚਾਹੁੰਦੇ ਹੋ, ਉੱਥੇ ਫੋਨ ਨੰਬਰ ਲਿਖਿਆ, ਮੇਰਾ ਪਰਸਨਲ ਵੀ ਹੈ। ਪਲੀਜ਼ ਦੱਸ ਦਿਓ ਜੀ। ਮੇਰਾ ਪਰਸਨਲ ਵੀ ਹੈਗਾ ਨੰਬਰ, ਔਰ ਮੇਰਾ ਆਫਿਸ ਦਾ ਨੰਬਰ ਵੀ ਹੈਗਾ। ਇਹ ਕਮੋ ਤੇ ਚੱਲ, ਹਾਂਜੀ ਬਿਲਕੁਲ ਜੀ, ਬਿਲਕੁਲ। ਮੇਰੇ ਆਫਿਸ ਦਾ ਨੰਬਰ ਹੈ ਜੀ 2046916942। ਹਾਂਜੀ। ਤੇ ਮੇਰਾ ਪਰਸਨਲ ਜਿਹੜਾ ਨੰਬਰ ਹੈ 24 ਘੰਟੇ ਜੇਬ 'ਚ ਹੀ ਹੁੰਦਾ, ਉਹ ਹੈ 2042949124। ਕਦੀ ਵੀ ਕਾਲ ਕਰ ਲਓ, ਮੈਂ ਜ਼ਰੂਰ ਤੁਹਾਡੇ ਸਵਾਲ ਦਾ ਜਵਾਬ ਦੇਣ ਦੇ ਸਮਰੱਥ ਹੈਗਾ। ਬਿਲਕੁਲ ਜੀ, ਬਿਲਕੁਲ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਨਵੀਂ ਕੋਈ ਇਨਫੋਰਮੇਸ਼ਨ ਲੈਣ ਦੇ ਲਈ, ਦਰਸ਼ਕਾਂ ਤੱਕ ਪਹੁੰਚਾਉਣ ਦੇ ਲਈ ਅਸੀਂ ਤੁਹਾਨੂੰ ਫਿਰ ਇੱਥੇ ਸੱਦਾ ਪੱਤਰ ਭੇਜਾਂਗੇ। ਤੁਸੀਂ ਜਦੋਂ ਮਰਜ਼ੀ ਕਾਲ ਕਰੋ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ। ਤੁਸੀਂ ਦੇਖ ਰਹੇ ਹੋ ਵਾਇਸ ਆਫ ਇੰਡੀਆ ਮੀਡੀਆ। ਜੇਕਰ ਤੁਹਾਡੇ ਕੋਈ ਤੌਖਲੇ ਨੇ, ਤੁਹਾਡੇ ਕੋਈ ਸਵਾਲ ਨੇ, ਤਾਂ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ। ਅਸੀਂ ਜ਼ਰੂਰ ਤੁਹਾਡੇ ਉਹਨਾਂ ਸਵਾਲਾਂ ਦੇ ਜਵਾਬ ਆ ਜਿਹੜੇ ਉਹ ਦੇਣ ਦੇ ਵਚਨਬੱਧ ਰਵਾਂਗੇ। ਮੈਂ ਤੁਹਾਨੂੰ ਇੱਕ ਵਾਰੀ ਫਿਰ ਇਹੀ ਐਡਵਾਈਸ ਕਰਦਾ ਕਿ ਜੇਕਰ ਤੁਸੀਂ ਘਰ ਕੋਈ ਲੈਣ ਦੀ ਆਪਣੇ ਸਲਾਹ ਕਰ ਰਹੇ ਹੋ ਤਾਂ ਸਪੈਸ਼ਲਿਸਟ ਕੋਲੇ ਜਾਓ, ਉਹਨਾਂ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਵੇਖ ਰਹੇ ਹੋ ਵਾਇਸ ਆਫ ਇੰਡੀਆ ਮੀਡੀਆ, ਤੁਹਾਡੀ ਆਪਣੀ ਆਵਾਜ਼।